ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ SMC ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਆਪ ਸਾਰਿਆਂ ਨੂੰ ਜੀ ਆਇਆਂ। ਪਿਛਲੇ ਹਫਤੇ ਅਸੀਂ ਭਗਤ ਕਬੀਰ ਜੀ ਦੀ ਬਾਣੀ ਗਿਣਤੀ ਆਰੰਭ ਕੀਤੀ ਸੀ, ਜਿਹਦੇ ਵਿੱਚ ਪਹਿਲੇ ਅੰਕ ਤੱਕ ਅਸੀਂ ਵਿਚਾਰ ਕਰ ਚੁੱਕੇ ਹਾਂ। ਅੱਜ ਰਹਾਉ ਦੇ ਅੰਕ ਤੋਂ ਵਿਚਾਰ ਆਰੰਭ ਹੋਣੀ ਹੈ। ਚਰਨ ਕਮਲ ਗੋਬਿੰਦ ਰੰਗ ਲਾਗਾ, ਸੰਤ ਪ੍ਰਸਾਦ ਭੈ ਮਨ ਨਿਰਮਲ, ਹਰ ਕੀਰਤਨ ਮੈਂ ਅੰਦਿਨ ਜਾਗਾ। ਰਹਾਉ ਤੋਂ ਇਹ ਪੰਕਤੀ ਜੋ ਰਹਾਉ ਦੀ ਹੈ, ਜਿਸ ਵਿੱਚ ਪੂਰੀ ਇਥਿਤੀ ਬਾਣੀ ਦਾ ਕੇਂਦਰੀ ਭਾਵ ਹੈ, ਜਿਸ ਦੇ ਆਸ-ਪਾਸ ਸਾਰੀ ਬਾਣੀ ਘੁੰਮਦੀ ਹੈ। ਇਹਦੀ ਵਿਚਾਰ ਅੱਜ ਅਸੀਂ ਇੱਥੋਂ ਆਰੰਭ ਕਰਾਂਗੇ। ਇਹ ਵਿਚਾਰ ਕਰ ਰਹੇ ਹਨ ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਮੈਂ ਗਿਆਨੀ ਅੰਮ੍ਰਿਤਪਾਲ ਸਿੰਘ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੀ ਇਸ ਰਹਾਉ ਦੀ ਪੰਕਤੀ ਤੋਂ ਥਿੱਤੀ ਬਾਣੀ ਦੀ ਵਿਚਾਰ ਆਰੰਭ ਕਰਨ। ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ, ਉਹਨਾਂ ਦੇ ਨਾਲ ਸਮੁੱਚੇ ਵਿਦਵਾਨਾਂ ਦੀ ਟੀਮ ਅਤੇ ਇਸ ਕਲਾਸ ਨਾਲ ਜੁੜੀਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਗਤ ਕਬੀਰ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਥਿੱਤੀ ਦੀ ਬਾਣੀ ਦੀ ਅਸੀਂ ਵਿਚਾਰ ਕਰ ਰਹੇ ਹਾਂ। ਪਿਛਲੇ ਹਫ਼ਤੇ ਤੋਂ ਅਸੀਂ ਇਹ ਵਿਚਾਰ ਆਰੰਭ ਕੀਤੀ ਹੈ। ਅੱਜ ਉਸ ਤੋਂ ਅਗਲੀ ਵਿਚਾਰ ਅਸੀਂ ਆਰੰਭ ਕਰਨ ਜਾ ਰਹੇ ਹਾਂ। ਪਿਛਲੇ ਹਫ਼ਤੇ ਦੀ ਵਿਚਾਰ ਦੇ ਵਿੱਚ ਅਸੀਂ ਅਰਬਤਾ ਦਾ ਬੰਦ, ਜਿਹਦੀ ਅਸੀਂ ਵਿਚਾਰ ਕੀਤੀ ਸੀ। 15 ਥਿੱਤਿੰਗ 7 ਵਾਰ ਕਹਿ ਕਬੀਰ ਉਰਵਾਰ ਨਾ ਪਾਰ, ਸਾਧਿਕ ਸਿੱਧ ਲਖੈ ਜੋ ਭਿਓ, ਆਪੇ ਕਰਤਾ ਆਪੇ ਦਿਓ। ਭਾਵ 15 ਥਿੱਤਾਂ ਨੇ, 7 ਵਾਰ ਨੇ, ਤੇ ਜਿਹੜੇ ਇਹਨਾਂ ਦਾ ਭਰਮਾਂ ਚ ਪਏ ਹੋਏ ਨੇ, ਕਹਿ ਕਬੀਰ ਉਰਵਾਰ ਨਾ ਪਾਰ, ਨਾ ਇਸ ਉਰਲੇ ਪਾਸੇ ਜੋਗੇ ਨਾ ਪਰਲੇ ਪਾਸੇ ਜੋਗੇ, ਭਰਮ ਚ ਡੁੱਬੇ ਰਹਿੰਦੇ ਨੇ। ਜਾਂ ਇਹਨਾਂ ਭਰਮਾਂ ਨੂੰ ਛੱਡ ਕੇ ਜਿਸ ਪ੍ਰਭੂ ਦਾ ਉਰਵਾਰ ਪਾਰ ਨਹੀਂ ਹੈ, ਇਹ ਜੀਵ ਉਸ ਪ੍ਰਭੂ ਦੇ ਗੁਣਾਂ ਦੇ ਨਾਲ ਤੂੰ ਸਾਂਝ ਪਾ। ਜੇ ਸਾਧਨਾ ਕਰਨ ਵਾਲੇ ਪੁੱਗ ਚੁੱਕੇ ਸਿੱਧ ਆਦਿਕ ਜਿਹੜੇ ਨੇ, ਸਾਧਿਕ ਸਿੱਧ ਲਖੈ ਜੋ ਭਿਓ, ਜੇ ਇਸ ਭਿਓ ਮੈਨੇ ਇਸ ਭੇਦ ਨੂੰ ਸਮਝ ਜਾਣ, ਇਸ ਅਸਲੀਅਤ ਨੂੰ ਸਮਝ ਜਾਣ, ਇਸ ਗੱਲ ਨੂੰ ਸਮਝ ਜਾਣ ਕਿ ਆਪੇ ਕਰਤਾ ਆਪੇ ਦਿਓ, ਆਪ ਹੀ ਪ੍ਰਭੂ ਕਰਤਾ ਹੈ, ਆਪ ਹੀ ਪ੍ਰਕਾਸ਼ ਰੂਪ ਹੈ, ਸਾਰਿਆਂ ਵਿੱਚ ਆਪ ਹੀ ਇੱਕ ਪ੍ਰਭੂ ਦਾ ਪਸਾਰਾ ਹੈ। ਜੇ ਕੋਈ ਇਸ ਗੱਲ ਨੂੰ ਸਮਝ ਲਵੇ ਤੇ ਫਿਰ ਉਹਦੀ ਜ਼ਿੰਦਗੀ ਵਿੱਚ ਤਬਦੀਲੀ ਆ ਸਕਦੀ ਹੈ। ਥਿੱਤਿੰਗ ਦੀ ਬਾਣੀ ਜਿਹੜੀ ਹੈ ਉਹ ਅਮਾਵਸ ਤੋਂ ਸ਼ੁਰੂ ਹੋ ਰਹੀ ਹੈ। ਅਮਾਵਸ ਜਿਹੜਾ ਚੰਦਰਮਾ ਦੀਆਂ ਤਰੀਕਾਂ, ਚੰਦਰਮਾ ਦਾ ਮਹੀਨਾ, ਉਹ ਮੱਸਿਆ ਤੋਂ ਸ਼ੁਰੂ ਹੁੰਦਾ ਹੈ। ਮੱਸਿਆ ਤੋਂ ਇੱਕ ਅਗਲੇ ਦਿਨ ਤੋਂ 1 ਤਰੀਕ ਮੰਨੀ ਜਾਂਦੀ ਹੈ। ਅਮਾਵਸ ਮੈਂ ਆਸ ਨਿਵਾਰੋ। ਲੋਕ ਮੱਸਿਆ ਨੂੰ ਭਾਵੇਂ ਪਵਿੱਤਰ ਸਮਝਦੇ ਨੇ, ਪਰ ਗੁਰੂ ਜੀ ਆਖਦੇ ਨੇ ਕਿ ਅਮਾਵਸ ਤਾਂ ਹੈ ਜੇ ਤੁਸੀਂ ਆਪਣੀਆਂ ਆਸ਼ਾਵਾਂ ਨੂੰ ਤਿਆਗ ਦਿਓ ਔਰ ਜ਼ਿੰਦਗੀ ਦੇ ਵਿੱਚ ਇੱਕ ਪ੍ਰਭੂ ਨੂੰ ਅੰਤਰਜਾਮੀ ਸਮਝੋ ਤੇ ਦੂਜਾ ਰਾਮ ਸਮਝੋ। ਅੰਤਰਜਾਮੀ ਰਾਮ ਸਮਾਰੋ। ਇੱਕ ਤੇ ਅੰਦਰ ਦੀ ਜਾਣਨ ਵਾਲਾ ਹੈ। ਇਹਦੇ ਨਾਲ ਕੀ ਹੋਏਗਾ? ਜਦੋਂ ਪਤਾ ਚੱਲੇਗਾ ਉਹ ਮੇਰੇ ਅੰਦਰ ਦੀ ਜਾਣਨ ਵਾਲਾ ਹੈ, ਫਿਰ ਮੈਂ ਕਿਸੇ ਨੂੰ ਧੋਖਾ ਨਹੀਂ ਦੇ ਸਕਾਂਗਾ, ਮੈਂ ਕਿਸੇ ਨਾਲ ਠੱਗੀ ਨਹੀਂ ਮਾਰ ਸਕਾਂਗਾ। ਦੂਜਾ, ਜੇ ਮੈਂ ਸਮਝ ਲਵਾਂਗਾ ਕਿ ਪ੍ਰਭੂ ਰਾਮ ਹੈ, ਰਮਿਆ ਹੋਇਆ ਹੈ, ਫਿਰ ਰਮੇ ਹੋਏ ਰਾਮ ਦੇ ਨਾਲ ਮੈਂ ਬੁਰਾ ਵਿਹਾਰ ਨਹੀਂ ਕਰ ਸਕਦਾ, ਕਿਸੇ ਦੇ ਉੱਤੇ ਕ੍ਰੋਧ ਨਹੀਂ ਕਰ ਸਕਦਾ, ਕਿਸੇ ਦੀ ਨਿੰਦਾ ਨਹੀਂ ਕਰ ਸਕਦਾ, ਕਿਸੇ ਦੀ ਜੇਬ ਨਹੀਂ ਕਰ ਸਕਦਾ। ਭਾਵੇਂ ਇਹ 2 ਗੁਣ ਮੈਨੂੰ ਵਿਕਾਰਾਂ ਤੋਂ ਬਚਾ ਲੈਂਦੇ ਨੇ। ਇਹ ਜਦੋਂ ਇਹਨਾਂ ਨੂੰ ਮੈਂ ਯਾਦ ਰੱਖਦਾ ਹਾਂ, ਅੰਤਰਜਾਮੀ ਰਾਮ ਸਮਾਰੋ, ਉਹ ਅੰਦਰ ਦੀ ਜਾਣਨ ਵਾਲਾ ਹੈ, ਸਾਰਿਆਂ ਦੇ ਅੰਦਰ ਰਮਿਆ ਹੋਇਆ ਹੈ, ਇਸ ਗੱਲ ਨੂੰ ਯਾਦ ਰੱਖੋ। ਤੇ ਫਿਰ ਕੀ ਹੋਏਗਾ? ਜੀਵਤ ਪਾਵੋ ਮੋਖ ਦੁਆਰ, ਜਿਉਂਦੇ ਜੀ ਹੀ ਵਿਕਾਰਾਂ ਤੋਂ ਮੁਕਤੀ ਦਾ ਰਾਸਤਾ ਲੱਭ ਜਾਏਗਾ। ਅਨੁਭਵ ਸ਼ਬਦ ਤਤ ਨਿਜ ਸਾਰ, ਫਿਰ ਉਸ ਸ਼ਬਦ ਦੇ ਅਨੁਭਵ ਦੇ ਸਦਕਾ, ਉਸ ਸ਼ਬਦ ਦੇ ਐਕਸਪੈਰੀਮੈਂਟ ਨਾਲ, ਜ਼ਿੰਦਗੀ ਵਿੱਚ ਤਜਰਬੇ ਦੇ ਨਾਲ, ਉਸ ਸ਼ਬਦ ਨੂੰ ਜੀਵਨ ਵਿੱਚ ਪ੍ਰੈਕਟੀਕਲ ਕਰਕੇ ਫਿਰ ਸਮਝ ਆਏਗੀ ਕਿ ਇਹ ਅਸਲਾ ਕੀ ਹੈ। ਆਪਣੇ ਨਿਜ ਅਸਲੇ ਦੀ ਸਮਝ ਪਏਗੀ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਸ ਤੋਂ ਅੱਗੇ ਥਿੱਤੀ ਦੀ ਬਾਣੀ ਦੇ ਵਿੱਚ ਇੱਕ ਰਹਾਉ ਦਾ ਬੰਦ ਹੈ।
ਇਹ ਰਹਾਉ ਦਾ ਬੰਦ ਸਾਰੇ ਬਾਣੀ ਦਾ ਸਾਰ ਹੈ, ਨਿਚੋੜ ਹੈ, ਕੇਂਦਰੀ ਭਾਵ ਹੈ। ਇਹ ਸੈਂਟਰਲ ਆਈਡੀਆ ਹੈ ਜਿਹਦੇ ਵਿੱਚ ਸਾਰੀ ਬਾਣੀ ਦਾ ਸਾਰ ਹੈ। ਜਿਵੇਂ ਸੁਖਮਨੀ ਸਾਹਿਬ ਇੱਕ ਬਹੁਤ ਲੰਮੀ ਬਾਣੀ ਹੈ ਔਰ ਉਹਦੇ ਵਿੱਚ 24 ਸ਼ਬਦ ਨੇ। ਹਰ ਸ਼ਬਦ ਤੋਂ ਪਹਿਲਾਂ ਇੱਕ ਸ਼ਲੋਕ ਹੈ, ਫਿਰ ਅੱਗੋਂ 8 ਪਦੇ ਨੇ। ਸ਼ਲੋਕ ਦੀ ਵਿਆਖਿਆ 8 ਪਦੇ ਕਰਦੇ ਨੇ। ਏਦਾਂ ਹੀ ਪੂਰੇ 24 ਸ਼ਬਦਾਂ ਦਾ ਵੀ ਇੱਕ ਸਾਰ ਹੈ, ਉਹ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਇਸੇ ਦਾ 13 ਦੀ ਬਾਣੀ ਦਾ ਜਿਹੜਾ ਸਾਰ ਹੈ ਇਹਨਾਂ 2 ਤੁਕਾਂ ਵਿੱਚ ਹੈ। ਅੱਜ ਦੀ ਅਸੀਂ ਇਹ ਵਿਚਾਰ ਆਰੰਭ ਕਰ ਰਹੇ ਹਾਂ। ਚਰਨ ਕਮਲ ਗੋਬਿੰਦ ਰੰਗ ਲਾਗਾ, ਸੰਤ ਪ੍ਰਸਾਦ ਭਏ ਮਨ ਨਿਰਮਲ, ਹਰ ਕੀਰਤਨ ਮੈਂ ਅਨ ਦਿਨ ਜਾਗਾ ਰਹਾਉ। ਚਰਨ ਕਮਲ ਗੋਬਿੰਦ ਰੰਗ ਲਾਗਾ। ਗੋਬਿੰਦ ਦੇ ਕਮਲ ਵਰਗੇ ਚਰਨਾਂ ਦੇ ਨਾਲ ਰੰਗ ਲਾਗਾ, ਮੈਨੇ ਪਿਆਰ ਲੱਗ ਗਿਆ। ਗੋਬਿੰਦ ਦੇ ਕਮਲ ਵਰਗੇ ਚਰਨਾਂ ਦੇ ਨਾਲ ਪ੍ਰੇਮ ਪੈਦਾ ਹੋ ਗਿਆ। ਇੱਥੇ ਰੰਗ ਦਾ ਅਰਥ ਹੈ ਪ੍ਰੇਮ। ਤੇ ਪ੍ਰਭੂ ਦੇ ਚਰਨ ਕੀ ਨੇ? ਪ੍ਰਭੂ ਦੇ ਚਰਨ ਨੇ ਪ੍ਰਭੂ ਦੇ ਗੁਣ। ਪ੍ਰਭੂ ਦੇ ਗੁਣਾਂ ਨਾਲ ਜਿਹੜਾ ਮਨੁੱਖ ਜੁੜਦਾ ਹੈ ਉਹ ਪ੍ਰਭੂ ਦੇ ਚਰਨਾਂ ਦੇ ਨਾਲ ਸਾਂਝ ਪਾ ਲੈਂਦਾ ਹੈ। ਉਹਦੀ ਰੱਬ ਦੇ ਚਰਨਾਂ ਨਾਲ ਸਾਂਝ ਬਣ ਜਾਂਦੀ ਹੈ। ਜਿਹਦਾ ਰੱਬੀ ਗੁਣਾਂ ਨਾਲ ਪਿਆਰ ਬਣ ਗਿਆ, ਸਤ ਸੰਤੋਖ ਦਇਆ ਧਰਮ ਧੀਰਜ ਆਦਿਕ ਨਾਲ ਜਿਨ੍ਹਾਂ ਨਾਲ ਪਿਆਰ ਬਣ ਗਿਆ, ਉਹਨਾਂ ਨੂੰ ਕੀ ਮਿਲਿਆ ਜ਼ਿੰਦਗੀ ਵਿੱਚ? ਸੰਤ ਪ੍ਰਸਾਦ ਭਏ ਮਨ ਨਿਰਮਲ, ਹਰ ਕੀਰਤਨ ਮੈਂ ਆਨੰਦ ਜਾਗਾ ਰਹਾਉ। ਰਹਾਉ ਮੈਨੇ ਠਹਿਰਾਓ, ਮੈਨੇ ਰੁਕੋ, ਪੌਜ਼। ਹੁਣ ਰਹਾਉ ਦਾ ਮਤਲਬ ਇਹ ਨਹੀਂ ਕਿ ਸਿਰਫ 2-4 ਸੈਕਿੰਡ ਰੁਕੋ ਤੇ ਰੁਕ ਕੇ ਫਿਰ ਅਗਲੀ ਤੁਕ ਪੜ ਲਵੋ। ਰਹਾਉ ਦਾ ਭਾਵ ਇਹਨਾਂ ਤੁਕਾਂ ਨੂੰ ਵਿਚਾਰ ਲਓ, ਥੋੜਾ ਜਿਹਾ ਸਮਝ ਲਵੋ। ਇਹਨਾਂ ਤੁਕਾਂ ਵਿੱਚ ਹੀ ਸਾਰੇ ਸ਼ਬਦ ਜਾਂ ਸਾਰੀ ਬਾਣੀ ਦਾ ਸਾਰ ਹੈ। ਥੋੜਾ ਰੁਕ ਕੇ ਦੀ ਵਿਚਾਰ ਕਰ ਲਵੋ, ਥੋੜਾ ਸਮਝ ਲਵੋ ਕਿ ਪ੍ਰਭੂ ਦੇ ਜਦੋਂ ਸ਼ੁਭ ਗੁਣਾਂ ਦੇ ਨਾਲ ਪਿਆਰ ਬਣ ਜਾਂਦਾ ਹੈ ਉਦੋਂ ਸੰਤ ਪ੍ਰਸਾਦ ਭਏ ਮਨ ਨਿਰਮਲ। ਇੱਥੇ ਸੰਤ ਦਾ ਭਾਵ ਹੈ ਗੁਰੂ। ਗੁਰੂ ਨੂੰ ਗੁਰਬਾਣੀ ਵਿੱਚ ਅਨੇਕਾਂ ਥਾਵਾਂ ਤੇ ਸੰਤ ਵੀ ਕਿਹਾ ਗਿਆ ਹੈ। ਅਨੇਕਾਂ ਥਾਵਾਂ ਤੇ ਗੁਰੂ ਦਾ ਨਾਮ ਜਿਹੜਾ ਹੈ ਉਹ ਸੰਤ ਦੇ ਰੂਪ ਦੇ ਵਿੱਚ ਵੀ ਅਸੀਂ ਗੁਰਬਾਣੀ ਵਿੱਚੋਂ ਦੇਖਦੇ ਹਾਂ। ਜਿਵੇਂ ਗੁਰੂ ਵਾਸਤੇ ਅਸੀਂ ਪੜ੍ਹਦੇ ਹਾਂ, ਸਤਿਗੁਰ ਸੰਤ ਮਿਲੈ ਸ਼ਾਂਤ ਪਾਈਐ, ਕਿਲਵਿਖ ਦੁੱਖ ਕਾਟੈ ਸਭ ਦੂਰ। ਉੱਥੇ ਸੰਤ ਦਾ ਭਾਵ ਗੁਰੂ ਦਾ ਸੰਤ, ਗੁਰੂ ਸੰਤ, ਸਤਿਗੁਰੂ ਸੰਤ ਮਿਲੇ ਸ਼ਾਂਤ ਪਾਈਏ। ਬੜਾ ਸਪਸ਼ਟ ਹੈ ਕਿ ਸਤਿਗੁਰੂ ਸੰਤ ਜਦੋਂ ਮਿਲਿਆ। ਜਾਂ ਅਸੀਂ ਗੁਰਬਾਣੀ ਚ ਪੜ੍ਹਦੇ ਹਾਂ, ਗੁਰੂ ਸੰਤ ਪਾਇਆ ਪ੍ਰਭ ਧਿਆਇਆ ਸਗਲ ਇੱਛਾ ਪੁੰਨੀਆਂ। ਉੱਥੇ ਵੀ ਗੁਰ ਸੰਤ ਬੜਾ ਸਪਸ਼ਟ ਆ ਗਿਆ। ਜਾਂ ਅਸੀਂ ਪੜ੍ਹਦੇ ਹਾਂ, ਹੋ ਘੋਲੀ ਜਿਉ ਘੋਲ ਘੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ, ਗੁਰੂ ਸੰਤ ਦੇ ਦਰਸ਼ਨਾਂ ਤੋਂ ਮੈਂ ਵਾਰਿਆ ਜਾਵਾਂ। ਜਾਂ ਅਸੀਂ ਪੜ੍ਹਦੇ ਹਾਂ, ਹਮਰੋ ਭਰਤਾ ਬੜੋ ਬਵੇਕੀ ਆਪੇ ਸੰਤ ਕਹਾਵੇ, ਸਤਿਗੁਰ ਸੰਤ ਮਿਲਾਇਆ ਪ੍ਰਭ ਮਸਤਕ ਧਰ ਕੇ ਹੱਥ। ਇਹਨਾਂ ਦੋਨਾਂ ਤੁਕਾਂ ਵਿੱਚ ਰੱਬ ਦੇ ਲਈ ਸੰਤ ਸ਼ਬਦ ਹੈ। ਰੱਬ ਲਈ ਸੰਤ ਸ਼ਬਦ ਆਇਆ, ਗੁਰੂ ਲਈ ਸੰਤ ਸ਼ਬਦ ਆਇਆ, ਬਹੁ ਵਚਨ ਸਾਧ ਸੰਗਤ ਵਾਸਤੇ ਸੰਤ ਸ਼ਬਦ ਆਇਆ। ਸੰਤਨ ਮੌਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ। ਪਖੰਡੀ ਲੋਕਾਂ ਵਾਸਤੇ ਸੰਤ ਲਫ਼ਜ਼ ਆਇਆ, ਹਿਰਦੈ ਜਨ ਕੈ ਕਪਟ ਵਸੈ ਬਾਹਰੋਂ ਸੰਤ ਕਹਾਏ। ਜਾਂ ਉਹ ਹਰ ਕੇ ਸੰਤ ਨਾਖੀਏ ਬਨਾਰਸ ਕੇ ਠੱਗ। ਭਗਤਾਂ ਵਾਸਤੇ ਆਇਆ, ਸੰਤ ਪ੍ਰਹਲਾਦ ਕੀ ਪੈਜ ਜਿਨ ਰਾਖੀ। ਸ਼ਾਂਤ ਵਾਸਤੇ ਵੀ ਸੰਤ ਆਇਆ, ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਦੇਖੈ ਹੋਏ ਸੰਤ, ਮੈਨੇ ਸ਼ਾਂਤ ਹੋ ਗਿਆ। ਇੱਥੇ ਸੰਤ ਗੁਰੂ ਵਾਸਤੇ ਹੈ। ਸਤਿਗੁਰ ਸੰਤ ਮਿਲੇ ਸ਼ਾਂਤ ਪਾਈਐ, ਕਿਲਵਿਖ ਦੁੱਖ ਕਾਟੇ ਸਭ ਦੂਰ। ਗੁਰ ਸੰਤ ਪਾਇਆ ਪ੍ਰਭ ਧਿਆਇਆ ਸਗਲ ਇੱਛਾ ਪੁੰਨੀਆਂ। ਹੋਂ ਘੋਲੀ ਜਿਉ ਘੋਲ ਘੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ। ਇੱਥੇ ਹੁਣ ਗੁਰੂ ਵਾਸਤੇ ਇਹ ਸੰਤ ਸ਼ਬਦ ਆ ਗਿਆ। ਸੰਤ ਪ੍ਰਸਾਦ ਮੈਨੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਭਏ ਮਨ ਨਿਰਮਲ, ਗੁਰੂ ਦੀ ਕਿਰਪਾ ਸਦਕਾ ਮਨ ਪਵਿੱਤਰ ਹੋ ਗਿਆ। ਤੇ ਗੁਰੂ ਦੀ ਕਿਰਪਾ ਕੀ ਹੈ? ਅਸੀਂ ਪਿੱਛੇ ਬਹੁਤ ਵਾਰੇ ਵਿਚਾਰ ਕਰ ਚੁੱਕੇ ਹਾਂ। ਗੁਰੂ ਦੀ ਕਿਰਪਾ ਹੈ ਗੁਰੂ ਦਾ ਗਿਆਨ। ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਗੁਰੂ ਕਿਰਪਾ ਕਰਦਾ ਹੈ। ਕਿਵੇਂ ਕਰਦਾ ਹੈ? ਕਰ ਕਿਰਪਾ ਕਿਲਵਿਖ ਕੱਟੇ ਗਿਆਨ ਅੰਜਨ ਸਾਰਿਆ। ਜਦੋਂ ਗੁਰੂ ਗਿਆਨ ਦਾ ਸੁਰਮਾ ਅੱਖਾਂ ਚ ਪਾਉਂਦਾ ਹੈ, ਸਭ ਵਿੱਚੋਂ ਰੱਬ ਦਿਸਣ ਲੱਗ ਜਾਂਦਾ ਹੈ। ਸਾਰੇ ਪਾਪ ਕਿਲਵਿਖ ਕੱਟੇ ਜਾਂਦੇ ਨੇ। ਕਰ ਕਿਰਪਾ
किलविख कट्टे ज्ञान अंजन सारिया, अंदरों जिनका मोह टुटा, तिनका शब्द सच्चा सवारिया। मेर तेरे दे वितकरे मोह स्वार्थीपन खत्म हो जाता है, सारे च रब दिसन लग जाते। उस मनुख की बोलबाणी मिठी हो जाती है। कहे नानक ये आनंद है, आनंद गुरु ते जाने। यह है गुरु की कृपा, गुरु का ज्ञान। गुरु के ज्ञान सदका की होया, भये मन निर्मल, मन पवित्र हो गया। गुरु के ज्ञान सदका मन विचों विकार चले गए, मन निर्मल हो गया, मैल तो रहत हो गया। जिस मन विच काम क्रोध लोभ मोह हंकार निंदा चुगली झूठ दी मैल लगी हुई सी, गुरु के ज्ञान नूं जदों जिंदगी च वरतिया उदों सारी मैल उतर गई। गुरु के ज्ञान सदका, गुरु के ज्ञान विच जीविया मन विकारां तो मुक्त हो गया। हर कीर्तन में अन दिन जागा, अन दिन बने हर रोज हर वक्त दिन रात। हुण ये प्रभु की सिफत सलाह विच, प्रभु के गुणां दे विच जागिया ही रहिंदा है। जागण दा भाव सुचेत हो गया। रब्बी कृपा नाल, गुरु के ज्ञान दे नाल, गुरु की कृपा दे नाल जदों मन विकारां तो रहत हो जाता है, ऐसा मनुख रब्बी गुणां विच सुचेत रहिंदा है। हर पल रब्बी गुणां नूं वरतदा है, वो कदी विकारां च खचत हुंदा ही नहीं। वो एक पल दे लई भी लापरवाह नहीं हुंदा। रब्बी सिफत करके वो सचेत है, जाग गया, अवेयर हो गया। हर काम करन तो पहला 1000 बार सोचदा है ते गलत काम छड्ड के सही काम करदा है। इहनूं कहंदे ने जागना, सुचेत हो जाना, अवेयर हो जाना। गुरु नानक दा मत ही जागना है। जागना ही सब तो वड्डा मत है। ਅਸੀਂ ਸੁੱਤੇ ਹੋਏ ਆ। ਇੱਥੇ ਸਰੀਰ ਦੇ ਸੌਣ ਤੇ ਸਰੀਰ ਦੇ ਜਾਗਣ ਦੀ ਗੁਰਬਾਣੀ 'ਚ ਗੱਲ ਨਹੀਂ ਹੈ। ਇਹਨਾਂ ਤੁਕਾਂ ਦੇ ਵਿੱਚ ਸੁਚੇਤ ਹੋਣ ਦਾ ਮਨ ਜਿਹੜਾ ਅਰਥ ਹੈ ਉਹ ਜਾਗਣਾ ਹੈ, ਵਿਕਾਰਾਂ ਵੱਲੋਂ ਸੁਚੇਤ ਹੋ ਜਾਣਾ। ਗੁਰਮਤਿ ਵਿੱਚ ਨੀਂਦ ਵਿਕਾਰ ਮੰਨੇ ਗਏ। ਅੱਖਾਂ ਪਰ ਤਨ ਪਰ ਰੂਪ ਵਿੱਚ ਜਦੋਂ ਖਚਤ ਹੋ ਜਾਂਦੀਆਂ ਨੇ, ਇੱਕ ਟੱਕ ਕਿਸੇ ਦੀ ਕਾਰ ਕੋਠੀ ਕਿਸੇ ਦੇ ਰੂਪ ਨੂੰ ਦੇਖੀ ਜਾਂਦੀਆਂ ਨੇ, ਇੰਨੀ ਵੀ ਹੋਸ਼ ਨਹੀਂ ਰਹਿੰਦੀ ਕਿ ਕੋਈ ਮੈਨੂੰ ਵੀ ਦੇਖ ਰਿਹਾ ਹੈ। ਸਮਝ ਲਓ ਅੱਖਾਂ ਸੌ ਗਈਆਂ, ਇਹ ਅੱਖਾਂ ਦੀ ਨੀਂਦ ਹੈ। ਨਿੰਦਿਆ ਚੁਗਲੀ ਸੁਣਦਿਆਂ ਇੰਨੇ ਮਸਤ ਹੋ ਗਏ, 4 ਘੰਟੇ ਪਤਾ ਹੀ ਨਹੀਂ ਲੱਗੇ ਕਿੱਥੇ ਗਏ, ਕੰਨ ਸੌ ਗਏ ਨਿੰਦਿਆ ਚੁਗਲੀ 'ਚ। ਲਜ਼ੀਜ਼ ਪਕਵਾਨ ਖਾਂਦਿਆਂ ਹੋਸ਼ ਨਹੀਂ ਰਹੀ ਕਿ ਢਿੱਡ ਭਰ ਗਿਆ, ਅਜੇ ਖਾਈ ਚਲਾ ਜਾ ਰਿਹਾ ਹੈ, ਜੀਭ ਸੌ ਗਈ ਸਵਾਦਾਂ 'ਚ। ਮਾਇਆ ਦੀਆਂ ਗਿਣਤੀਆਂ ਗਿਣਦਿਆਂ ਪਤਾ ਹੀ ਨਹੀਂ ਲੱਗਿਆ ਕਦੋਂ 4 ਘੰਟੇ ਲੰਘ ਗਏ, ਉਦੋਂ ਮਨ ਸੌ ਗਿਆ ਮਾਇਆ ਦੀ ਨੀਂਦ ਵਿੱਚ। ਨੈਣੋ ਨੀਂਦ ਪਰਦਿਸ਼ਟ ਵਿਕਾਰ, श्रवण सोए सुन निंद विचार, रसना सोई लोभ मीठे साध, मन सोया माया विस्माद। इस नींद तो कौन जागे? इस नींद तो ਅਸੀਂ ਜਾਗ ਨਹੀਂ ਰਹੇ ਹਾਂ। ਅਸੀਂ ਕੁਝ ਹੋਰ ਹੀ ਸੋਚ ਰਹੇ ਹਾਂ ਵੀ ਸਰੀਰ ਨੂੰ ਜਗਾਉਣਾ ਪੈਂਦਾ ਹੈ ਤੇ ਸਰੀਰ ਨੂੰ ਜਗਾ ਕੇ ਅਸੀਂ ਬੜੇ ਵੱਡੇ ਧਰਮੀ ਹੋ ਜਾਵਾਂਗੇ। ਗੁਰਮਤਿ 'ਚ ਇਸ ਵਿਕਾਰਾਂ ਦੀ ਨੀਂਦ ਤੋਂ ਜਾਗਣ ਨੂੰ सतगुरु पातशाह ने हुक्म किया, उपदेश किया। इस नींद तो जागना, जिहड़ी विकारां दी नींद अखां विच है, कन्नां विच है, जुबान विच है, साडे मन दे विच है। ते इस नींद तो किवें जागया जाएगा? जदों अखां पर तन पर रूप विच खचत नहीं होणगीਆਂ, अखां जाग जाणगीਆਂ। ਕੰਨ ਨਿੰਦਿਆ ਚੁਗਲੀ 'ਚ ਖਚਤ ਨਹੀਂ ਹੋਣਗੇ, ਕੰਨ ਜਾਗ ਜਾਣਗੇ। ਜ਼ੁਬਾਨ ਸਵਾਦਾਂ 'ਚ ਖਚਤ ਨਹੀਂ ਹੋਏਗੀ, ਜ਼ੁਬਾਨ ਜਾਗ ਜਾਏਗੀ। ਮਨ ਮਾਇਆ ਦੇ ਗਿਣਤੀਆਂ ਨਹੀਂ ਸੋਏਗਾ, ਜਾਗ ਜਾਏਗਾ, ਸੁਚੇਤ ਹੋ ਜਾਏਗਾ। ਇਹ ਮਨ ਦੀ ਜਾਗ ਹੈ। ਭਿੰਨੀ ਰੈਣੜੀਏ ਚਮਕਣ ਤਾਰੇ, ਜ਼ਿੰਦਗੀ ਬੜੀ ਭਿੰਨੀ ਰਾਤ ਹੈ। ਔਰ ਇਸ ਜ਼ਿੰਦਗੀ ਦੀ ਭਿੰਨੀ ਰਾਤ ਵਿੱਚ ਮਨਮੁਖ ਸੌਂ ਕੇ ਜ਼ਿੰਦਗੀ ਬਤੀਤ ਕਰ ਜਾਂਦਾ ਹੈ। ਵਿਕਾਰਾਂ ਦੀ ਨੀਂਦ ਸੁੱਤਾ ਹੋਇਆ ਚਲਾ ਜਾਂਦਾ ਹੈ, ਗੁਰਮੁਖ ਜਾਗ ਜਾਂਦਾ ਹੈ, ਸੁਚੇਤ ਹੋ ਜਾਂਦਾ ਹੈ। ਭਿੰਨੀ ਰੈਣੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਜਿੱਥੇ ਗੁਣਾ ਰੂਪੀ ਤਾਰੇ ਚਮਕ ਰਹੇ ਨੇ, ਪਰ ਉਹਨਾਂ ਗੁਣਾ ਰੂਪੀ ਤਾਰਿਆਂ ਨੂੰ ਮੰਨਦਾ ਕੌਣ ਹੈ? ਜਿਹੜਾ ਜਾਗਦਾ ਹੈ। ਜਾਗੇ ਸੰਤ ਜਨਾ, ਸੰਤ ਜਨ ਵਿਕਾਰਾਂ ਦੀ ਨੀਂਦ ਤੋਂ ਜਾਗ ਕੇ ਗੁਣਾ ਨੂੰ ਮਾਣਦੇ ਨੇ ਮੇਰੇ ਰਾਮ ਪਿਆਰੇ। ਔਰ ਜਾਗਦਾ ਮਤਲਬ ਇਹ ਨਹੀਂ ਕਿ ਉਹ 2 ਵਜੇ ਜਾਗਦੇ ਨੇ ਤੇ 6 ਵਜੇ ਸੌਂ ਜਾਂਦੇ ਨੇ। ਸਰੀਰ ਦੀ ਗੱਲ ਨਹੀਂ ਇੱਥੇ। ਰਾਮ ਪਿਆਰੇ ਸਦਾ ਜਾਗੇ, ਸਦਾ ਮੈਨੇ ਹਮੇਸ਼ਾ ਆਲਵੇਜ਼, ਉਹ ਹਮੇਸ਼ਾ ਜਾਗੇ ਹੀ ਰਹਿੰਦੇ ਨੇ, ਸੌਂਦੇ ਹੀ ਨਹੀਂ ਹੋਤੇ। ਰਾਮ ਪਿਆਰੇ ਸਦਾ ਜਾਗੇ, ਨਾਮ ਸਿਮਰੇ ਅਨ ਦਿਨੋਂ, ਚਰਨ ਕਮਲ ਧਿਆਨ ਹਿਰਦੇ, ਪ੍ਰਭ ਬਿਸਰ ਨਾਹੀ ਇੱਕ ਖਿਨੋ। ਕਿਵੇਂ ਜਾਗਦੇ ਨੇ? ਤਜ ਮਾਨ ਮੋਹ ਵਿਕਾਰ ਮਨ ਕਾ
ਕਲਮਲਾ ਦੁਖ ਜਾਰੇ, ਬਿਨਵੰਤ ਨਾਨਕ ਸਦਾ ਜਾਗੈ, ਹਰਦਾਸ ਸੰਤ ਪਿਆਰੇ। ਉਹ ਸਦਾ ਹੀ ਜਾਗਦੇ ਨੇ, ਸੌਂਦੇ ਨਹੀਂ ਹਨ, ਉਹਨਾਂ ਨੂੰ ਨੀਂਦ ਕਦੀ ਆਉਂਦੀ ਨਹੀਂ, ਹਮੇਸ਼ਾ ਜਾਗਦੇ ਨੇ। ਬਿਨਵੰਤ ਨਾਨਕ ਸਦਾ ਜਾਗੈ, ਹਮੇਸ਼ਾ ਜਾਗਦੇ ਨੇ, ਹਰਦਾਸ ਸੰਤ ਪਿਆਰੇ। ਉਹ ਕਦੀ ਸੌਂਦੇ ਨਹੀਂ ਹਨ, ਹਮੇਸ਼ਾ ਜਾਗਦੇ ਹਨ। ਜਾਗਣ ਦਾ ਭਾਵ ਸੁਚੇਤ ਰਹਿੰਦੇ ਨੇ, ਅਵੇਅਰ ਰਹਿੰਦੇ ਨੇ, ਵਿਕਾਰਾਂ ਦੀ ਨੀਂਦ ਕਦੀ ਸੌਂਦੇ ਨਹੀਂ। ਯਾਦ ਰੱਖਿਓ, ਜਦੋਂ ਚੋਰੀ ਹੁੰਦੀ ਹੈ ਨਾ, ਸੁੱਤਿਆਂ ਦੇ ਘਰ ਚੋਰੀ ਹੁੰਦੀ ਹੈ, ਜਾਗਦਿਆਂ ਦੇ ਘਰ ਚੋਰੀ ਹੋਣੀ ਸੰਭਵ ਨਹੀਂ ਹੈ, ਕਿਉਂਕਿ ਚੋਰ ਡਰਪੋਕ ਕਿਸਮ ਦਾ ਇਨਸਾਨ ਹੈ। ਖੜਕਾ ਸੁਣ ਕੇ, ਰੋਸ਼ਨੀ ਦੇਖ ਕੇ ਦੌੜ ਜਾਂਦਾ ਹੈ ਉਹ। ਜਦੋਂ ਕਿਸੇ ਦੇ ਘਰ ਚੋਰੀ ਹੋ ਜਾਏ ਤੇ ਜਦੋਂ ਇਨਕੁਆਇਰੀ ਹੁੰਦੀ ਹੈ, ਜਦੋਂ ਸਟੇਟਮੈਂਟ ਲਈ ਜਾਂਦੀ ਹੈ, ਉਦੋਂ ਪੁਲਿਸ ਵਾਲੇ ਪੁੱਛਦੇ ਨੇ ਵੀ ਜਦੋਂ ਚੋਰੀ ਹੋ ਰਹੀ ਸੀ, ਉਹਨਾਂ ਦਾ ਪਹਿਲਾ ਸਵਾਲ ਇਹ ਹੁੰਦਾ ਹੈ, ਤੁਸੀਂ ਸੁੱਤੇ ਸੀ ਕਿ ਜਾਗਦੇ ਸੀ? ਜੇ ਤੇ ਸੁੱਤੇ ਸੀ ਤੇ ਗੱਲ ਖਤਮ, ਤੁਹਾਨੂੰ ਪਤਾ ਹੀ ਨਹੀਂ ਕਦੋਂ ਚੋਰੀ ਹੋ ਗਈ। ਪਰ ਜੇ ਜਾਗਦੇ ਸੀ, ਫਿਰ ਸਟੇਟਮੈਂਟ ਸ਼ੁਰੂ ਹੋ ਜਾਂਦੀ ਹੈ। ਇਹ ਕਿਵੇਂ ਹੋ ਸਕਦਾ, ਜਾਗਦੇ ਸੀ ਤੇ ਚੋਰੀ ਹੋ ਗਈ? ਜੇ ਜਾਗਦੇ ਸੀ ਤੇ ਕਿੰਨੇ ਵਜੇ ਤੁਸੀਂ ਜਾਗੇ, ਕਿੰਨੇ ਵਜੇ ਖੜਕਾ ਸੁਣਿਆ, ਕਿੰਨੇ ਆਦਮੀ ਅੰਦਰ ਆਏ, ਕਿਹੜੇ ਰਸਤਿਓਂ ਅੰਦਰ ਆਏ, ਤੁਸੀਂ ਰੋਲਾ ਪਾਇਆ ਕਿ ਨਹੀਂ ਪਾਇਆ? ਕਿਉਂਕਿ ਜਾਗਦਿਆਂ ਦੇ ਘਰ ਚੋਰੀ ਹੋਣੀ ਸੰਭਵ ਨਹੀਂ ਹੈ। ਇਸੇ ਤਰ੍ਹਾਂ ਜਿਹੜਾ ਜਾਗ ਜਾਂਦਾ ਹੈ, ਸੁਚੇਤ ਹੋ ਜਾਂਦਾ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹਦੇ ਅੰਦਰ ਚੋਰੀ ਕਰ ਹੀ ਨਹੀਂ ਸਕਦੇ। ਪਰ ਜਦੋਂ ਅਸੀਂ ਸੌ ਜਾਂਦੇ ਹਾਂ, ਫਿਰ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ, ਅੰਮ੍ਰਿਤ ਲੁਟੈ, ਮਨਮੁਖ ਨਹੀਂ ਬੁਝੈ। ਉਹ ਸੁੱਤਾ ਰਹਿੰਦਾ ਹੈ ਮਨਮੁਖ, ਉਹਨੂੰ ਸਮਝ ਨਹੀਂ ਲੱਗਦੀ ਕਦੋਂ ਵਿਕਾਰ ਲੁੱਟ ਕੇ ਲੈ ਗਏ। ਅੰਮ੍ਰਿਤ ਲੁਟੈ, ਮਨਮੁਖ ਨਹੀਂ ਬੁਝੈ, ਕੋਏ ਨਾ ਸੁਣੈ ਪੁਕਾਰਾ, ਅੰਧਾ ਜਗਤ ਅੰਧ ਵਰਤਾਰਾ, ਬਾਝ ਗੁਰੂ ਗੁਬਾਰਾ। ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ, ਉਹ ਸੁੱਤੇ ਰਹਿ ਜਾਂਦੇ ਨੇ। ਗੱਲ ਕੀ, ਗੁਰਮਤ ਦਾ ਧਰਮ ਹੀ ਜਾਗਣ ਦਾ ਧਰਮ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸਿੱਧਾਂ ਨਾਲ ਚਰਚਾ ਕਰ ਰਹੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਪੁੱਛਿਆ ਸੀ, ਤੁਹਾਡਾ ਮਤ ਕੀ ਹੈ? ਤੇ ਉਹ ਸਿੱਧ ਜੋਗੀ ਕਹਿਣ ਲੱਗੇ, ਅਸੀਂ ਘਰ-ਬਾਰ ਛੱਡ ਕੇ ਆ ਗਏ ਹਾਂ, ਦੁਕਾਨਾਂ ਹੱਟੀਆਂ ਛੱਡ ਕੇ ਆ ਗਏ ਹਾਂ, ਅਸੀਂ ਜੰਗਲ 'ਚ ਰਹਿੰਦੇ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਘਰ ਤੋਂ ਬਿਨਾਂ ਕਿਵੇਂ ਰਹਿੰਦੇ ਹੋ? ਕਹਿਣ ਲੱਗੇ, ਰੁੱਖਾਂ ਬਿਰਖਾਂ ਦੇ ਛਾਂ ਥੱਲੇ ਰਹਿ ਲਈਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭੁੱਖ ਲੱਗਦੀ ਕੀ ਖਾਂਦੇ ਹੋ? ਉਹ ਕਹਿਣ ਲੱਗੇ, ਅਸੀਂ ਕੰਦ ਫੁੱਲ ਜੜੀ ਬੂਟੀਆਂ ਖਾ ਕੇ ਗੁਜ਼ਾਰਾ ਕਰ ਲਈਦਾ। ਹੋਰ ਕੀ ਕਰਦੇ ਹੋ? ਕਹਿਣ ਲੱਗੇ, ਅਸੀਂ ਤੀਰਥਾਂ ਤੇ ਨਹਾਉਂਦੇ ਹਾਂ, ਤੇ ਤੀਰਥਾਂ ਤੇ ਨਹਾ ਕੇ ਸਾਡੇ ਪਾਪ ਧੋਤੇ ਜਾਂਦੇ ਨੇ ਤੇ ਸਾਨੂੰ ਸੁੱਖਾਂ ਦਾ ਫਲ ਮਿਲ ਜਾਂਦਾ ਹੈ। ਜੋਗੀਆਂ ਨੇ ਆਪਣਾ ਮਤ ਦਿੱਤਾ, ਹਾਟੀ ਬਾਟੀ ਰਹੇ ਨਿਰਾਲੇ, ਰੂਖ ਬਿਰਖ ਉਦਿਆਨੇ, ਕੰਦ ਮੂਲ ਆਹਾਰੂ ਖਾਈਏ, ਉਦੋਂ ਬੋਲਿਆ ਗਿਆਨੇ। ਅਸੀਂ ਹੱਟੀਆਂ ਤੋਂ, ਦੁਕਾਨਦਾਰੀ ਤੋਂ, ਸੰਸਾਰ ਦੇ ਰਸਤਿਆਂ ਤੋਂ ਨਿਆਰੇ ਹੋ ਗਏ, ਵੱਖਰੇ ਹੋ ਗਏ। ਅਸੀਂ ਜੰਗਲਾਂ 'ਚ ਰੁੱਖਾਂ ਬਿਰਖਾਂ ਦੇ ਥੱਲੇ ਰਹਿੰਦੇ ਹਾਂ, ਕੰਦ ਮੂਲ ਖਾ ਕੇ, ਜੜੀ ਬੂਟੀਆਂ ਖਾ ਕੇ ਗੁਜ਼ਾਰਾ ਕਰਦੇ ਹਾਂ। ਕੰਦ ਮੂਲ ਆਹਾਰੂ ਖਾਈਏ, ਉਦੋਂ ਬੋਲਿਆ ਗਿਆਨੇ। ਤੀਰਥ ਨਹਾਈਏ, ਸੁਖ ਫਲ ਪਾਈਏ, ਮੈਲ ਨਾ ਲਾਗੇ ਕਾਈ। ਅਸੀਂ ਤੀਰਥਾਂ ਤੇ ਇਸ਼ਨਾਨ ਕਰਦੇ ਹਾਂ, ਸਾਨੂੰ ਮੈਲ ਨਹੀਂ ਲੱਗਦੀ ਪਾਪਾਂ ਦੀ, ਸਾਡੀ ਪਾਪਾਂ ਦੀ ਮੈਲ ਧੋਤੀ ਜਾਂਦੀ ਹੈ, ਸੁੱਖਾਂ ਦਾ ਫਲ ਮਿਲ ਜਾਂਦਾ ਹੈ। ਆਮ ਤੌਰ ਤੇ ਜੋ ਇਹ ਵਾਲੀ ਜਿਹੜੀ ਤੁਕ ਹੈ ਨਾ, ਜਦੋਂ ਧਾਰਮਿਕ ਸਥਾਨ ਤੇ ਯਾਤਰਾ ਹੁੰਦੀ ਹੈ, ਕਈ ਵਾਰੀ ਟਰੱਕਾਂ ਉੱਪਰ, ਟਰਾਲੀਆਂ ਦੇ ਉੱਪਰ ਵੱਡੇ ਵੱਡੇ ਬੈਨਰ ਲਾਏ ਹੁੰਦੇ ਨੇ, ਉਹਦੇ ਉੱਪਰ ਲਿਖਿਆ ਹੁੰਦਾ, ਤੀਰਥ ਨਹਾਈਏ, ਸੁਖ ਫਲ ਪਾਈਏ, ਮੈਲ ਨਾ ਲਾਗੇ ਕਾਈ। ਥੱਲੇ ਲਿਖਿਆ ਹੁੰਦਾ, ਰਾਮਕਲੀ ਮਹਿਲਾ ਪਹਿਲਾ ਸਿੱਧ ਗੋਸ਼ਟ। ਏਦਾਂ ਜ਼ਾਹਰ ਕੀਤਾ ਜਾਂਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਵੀ ਤੀਰਥਾਂ ਤੇ ਨਹਾਉਣ ਦੇ ਨਾਲ ਸੁੱਖਾਂ ਦੇ ਫਲ ਮਿਲਦੇ ਨੇ, ਪਾਪਾਂ ਦੀ ਮੈਲ ਲੱਥ ਜਾਂਦੀ ਹੈ। ਬਾਣੀ ਗੁਰੂ ਨਾਨਕ ਸਾਹਿਬ ਨੇ ਉਚਾਰੀ ਹੈ, ਪਰ ਗੁਰੂ ਸਾਹਿਬ ਮਤ ਜੋਗੀਆਂ ਦਾ ਦੇ ਰਹੇ ਨੇ, ਵੀ ਜੋਗੀ ਇਹ ਗੱਲ ਕਹਿੰਦੇ ਨੇ, ਇਹ ਸਾਡਾ ਮਤ ਨਹੀਂ ਹੈ। ਕੌਣ ਕਹਿ ਰਿਹਾ ਇਹ ਗੱਲ? ਤੀਰਥ ਨਹਾਈਏ, ਸੁਖ ਫਲ ਪਾਈਏ, ਮੈਲ ਨਾ ਲਾਗੇ ਕਾਈ, ਗੋਰਖ ਪੂਤ ਲੋਹਾ ਰੀਪੈ ਬੋਲੇ, ਜੋਗ ਜੁਗਤ ਵਿਦਸਾਈ। ਗੋਰਖ ਪੂਤ ਲੋਹਾ ਰੀਪਾ ਬੋਲੇ, ਜਿਹੜਾ ਗੋਰਖ ਦਾ ਚੇਲਾ ਲੋਹਾ ਰੀਪਾ, ਉਹ ਕਹਿ ਰਿਹਾ ਵੀ ਆਹ ਸਾਡੀ ਜੋਗੀਆਂ ਦੀ ਵਿਧੀ ਹੈ, ਅਸੀਂ ਏਦਾਂ ਕਰਦੇ ਹਾਂ। ਉਹਨਾਂ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਕੀ ਕਰਦੇ ਹੋ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਅਸੀਂ ਇੱਕੋ ਕੰਮ ਕਰਦੇ ਹਾਂ, ਅਸੀਂ ਸੌਂਦੇ ਨਹੀਂ ਆ ਬਸ। ਕਹਿਣ ਲੱਗੇ, ਸੌਂਦੇ ਨਹੀਂ? ਨੀਂਦ ਤੋਂ ਬਿਨਾਂ ਕਿਵੇਂ ਗੁਜ਼ਾਰਾ ਹੁੰਦਾ ਹੈ? ਸਤਿਗੁਰੂ ਕਹਿਣ ਲੱਗੇ, ਨਹੀਂ, ਅਸੀਂ ਸੌਂਦੇ ਨਹੀਂ। ਸਰੀਰ ਸੌਂਦਾ ਹੈ, ਸਰੀਰ ਜਾਗਦਾ ਹੈ, ਅਸੀਂ ਨਹੀਂ ਸੌਂਦੇ। ਅਸੀਂ ਸੁਚੇਤ ਰਹਿੰਦੇ ਹਾਂ, ਜਾਗਦੇ ਰਹਿੰਦੇ ਹਾਂ। ਸਾਨੂੰ ਘਰ ਛੱਡਣ ਦੀ ਲੋੜ ਨਹੀਂ, ਦੁਕਾਨ ਛੱਡਣ ਦੀ ਲੋੜ ਨਹੀਂ। ਘਰੇ ਹੋਈਏ, ਦੁਕਾਨ ਤੇ ਬੈਠੇ ਹੋਈਏ, ਜਦੋਂ ਕ੍ਰੋਧ ਆਉਣ ਲੱਗਦਾ ਹੈ, ਸਾਨੂੰ ਨਜ਼ਰ ਆ ਜਾਂਦਾ, ਅਸੀਂ ਜਾਗ ਜਾਂਦੇ ਹਾਂ। ਤੇ ਜਦੋਂ ਜਾਗਦੇ ਹੁੰਦੇ ਹਾਂ, ਕ੍ਰੋਧ ਸਾਨੂੰ ਲੁੱਟ ਹੀ ਨਹੀਂ ਸਕਦਾ। ਜਦੋਂ ਲੋਭ ਆਉਣ ਲੱਗਦਾ, ਅਸੀਂ ਜਾਗ ਜਾਂਦੇ ਹਾਂ, ਸੁਚੇਤ ਰਹਿੰਦੇ ਹਾਂ। ਲੋਭ ਸਾਡੀ ਚੋਰੀ ਕਰ ਹੀ ਨਹੀਂ ਸਕਦਾ, ਸਾਡਾ ਸੰਤੋਖ ਚੁਰਾ ਹੀ ਨਹੀਂ ਸਕਦਾ। ਹੰਕਾਰ ਆਉਣ ਲੱਗਦਾ ਹੈ, ਹੰਕਾਰ ਸਾਡੀ ਨਿਮਰਤਾ ਨੂੰ ਚੁਰਾ ਹੀ ਨਹੀਂ ਸਕਦਾ। ਅਸੀਂ ਜਾਗਦੇ ਹਾਂ।
ਜ਼ਿੰਦਗੀ ਬੜੀ ਪਿਆਰੀ ਖੇਡ ਹੈ। ਇੱਕ ਪਾਸੇ ਮਾਇਆ ਦੇ 5 ਖਿਡਾਰੀ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇੱਕ ਪਾਸੇ ਅਸੀਂ ਆ, ਵਿਕਾਰ ਸਾਡੇ ਤੇ ਗੋਲ ਕਰੀ ਜਾਂਦੇ ਨੇ। ਕਦੀ ਲੋਭ ਗੋਲ ਕਰ ਜਾਂਦਾ, ਕਦੀ ਮੋਹ ਕਰ ਜਾਂਦਾ, ਕਦੀ ਹੰਕਾਰ ਗੋਲ ਕਰ ਦਿੰਦਾ, ਅਸੀਂ ਹਾਰਦੇ ਚਲੇ ਜਾਂਦੇ ਹਾਂ। ਗੁਰੂ ਜੀ ਕਹਿੰਦੇ ਨੇ ਤੁਸੀਂ ਵੀ ਕਦੀ ਗੋਲ ਕਰ ਦਿਆ ਕਰੋ। ਪੁੱਛੇ ਸਤਿਗੁਰੂ ਅਸੀਂ ਕਿਵੇਂ ਕਰੀਏ? ਉਹ 5 ਨੇ, ਅਸੀਂ ਇਕੱਲੇ ਆ। ਅਵਰ ਪੰਚ ਹਮ ਏਕ ਜਨਾ, ਕਿਉਂ ਰੱਖੋ ਘਰ ਬਾਰ ਮਨਾ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਤੁਸੀਂ ਵੀ ਆਪਣੇ 5 ਖਿਡਾਰੀ ਅੱਗੇ ਕਰ ਲਓ, ਸਤ, ਸੰਦੋਖ, ਦਇਆ, ਧਰਮ, ਧੀਰਜ। ਹੰਕਾਰ ਆਉਣ ਲੱਗੇ ਨਿਮਰਤਾ ਦਾ ਖਿਡਾਰੀ ਅੱਗੇ ਕਰ ਦਿਓ। ਕ੍ਰੋਧ ਆਉਣ ਲੱਗੇ ਮਿੱਠੀ ਜ਼ੁਬਾਨ ਦਾ ਖਿਡਾਰੀ ਅੱਗੇ ਕਰ ਦਿਓ। ਲੋਭ ਆਉਣ ਲੱਗੇ ਤੇ ਸੰਤੋਖ ਦਾ ਖਿਡਾਰੀ ਅੱਗੇ ਕਰ ਦਿਓ। ਮੋਹ ਆਉਣ ਲੱਗੇ ਤੇ ਪ੍ਰੇਮ ਦਾ ਖਿਡਾਰੀ ਅੱਗੇ ਕਰ ਦਿਓ। ਕਦੀ ਕਦੀ ਤੁਸੀਂ ਵੀ ਕ੍ਰੋਧ ਤੇ ਗੋਲ ਕਰ ਦਿਆ ਕਰੋ। ਕਦੀ ਕਦੀ ਤੁਸੀਂ ਵੀ ਹੰਕਾਰ ਤੇ ਗੋਲ ਕਰ ਦਿਆ ਕਰੋ। ਕਾਮ, ਕ੍ਰੋਧ, ਲੋਭ, ਮੋਹ ਜੀਤੋ, ਐਸੀ ਖੇਲ ਹਰ ਪਿਆਰੀ। ਇਹ ਤਾਂ ਹੋਏਗਾ ਜਦੋਂ ਤੁਸੀਂ ਜਾਗਦੇ ਹੋਵਾਂਗੇ ਵੀ ਆ ਰਿਹਾ ਹੁਣ ਮੋਹ। ਸੁਚੇਤ ਰਵਾਂਗੇ ਤੇ ਮੋਹ ਹਾਵੀ ਨਹੀਂ ਹੋਏਗਾ। ਆ ਰਿਹਾ ਹੈ ਕ੍ਰੋਧ, ਹੋਸ਼ ਵਿੱਚ ਕ੍ਰੋਧ ਹੋ ਹੀ ਨਹੀਂ ਸਕਦਾ। ਕ੍ਰੋਧ ਹਮੇਸ਼ਾ ਬੇਹੋਸ਼ੀ ਤੋਂ ਸ਼ੁਰੂ ਹੁੰਦਾ ਹੈ ਤੇ ਪਛਤਾਵੇ ਤੇ ਜਾ ਕੇ ਖਤਮ ਹੁੰਦਾ ਹੈ। ਹੋਸ਼ ਵਿੱਚ ਕ੍ਰੋਧ ਆਉਂਦਾ ਹੀ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੀ ਜਾਗਦੇ ਹਾਂ, ਹਾਟੀ ਬਾਟੀ ਨੀਂਦ ਨਾ ਆਵੇ। ਭਾਵੇਂ ਹੱਟੀ ਤੇ ਦੁਕਾਨ ਤੇ ਬੈਠੀ ਹੋਈਏ, ਭਾਵੇਂ ਸੰਸਾਰਕ ਕਾਰ ਵਿਹਾਰ ਦੇ ਰਸਤੇ ਤੇ ਚੱਲਦੇ ਹੋਈਏ, ਘਰ ਵਿੱਚ ਹੋਈਏ, ਸਾਨੂੰ ਨੀਂਦ ਨਹੀਂ ਆਉਂਦੀ। ਹਾਟੀ ਬਾਟੀ ਨੀਂਦ ਨਾ ਆਵੇ, ਪਰ ਕਰ ਚਿੱਤ ਨਾ ਡੁਲਾਈ। ਬਿਨ ਨਾਵੇਂ ਮਨ ਟੇਕ ਨਾ ਟਿਕਈ, ਨਾਨਕ ਭੂਖ ਨਾ ਜਾਈ। ਹਾਟ ਪੱਟਣ ਕਰ ਗੁਰੂ ਦਿਖਾਇਆ, ਸਹਿਜੇ ਸੱਚ ਵਪਾਰੋ। ਖੰਡਿਤ ਨਿੰਦਰਾ ਅਲਪ ਆਹਾਰੰ, ਨਾਨਕ ਤਤ ਵਿਚਾਰੋ। ਖੰਡਿਤ ਨਿੰਦਰਾ, ਸਾਡੀ ਨੀਂਦ ਟੁੱਟ ਗਈ, ਖੰਡਿਤ ਹੋ ਗਈ, ਖੰਡ ਖੰਡ ਹੋ ਗਈ, ਟੁਕੜੇ ਟੁਕੜੇ ਹੋ ਗਈ, ਸਾਡੀ ਨੀਂਦ ਖਤਮ ਹੋ ਗਈ, ਅਸੀਂ ਸੌਂਦੇ ਹੀ ਨਹੀਂ ਆ। ਅਲਪ ਆਹਾਰੰ, ਇਹਦਾ ਮਤਲਬ ਇਹ ਨਹੀਂ ਵੀ ਭੁੱਖ 4 ਰੋਟੀਆਂ ਦੀ ਲੱਗੀ ਅਸੀਂ 2 ਖਾਣੇ ਆ। ਅਲਪ ਆਹਾਰੰ ਥੋੜਾ ਖਾਣੇ ਨਹੀਂ। ਅਲਪ ਆਹਾਰੰ ਦਾ ਭਾਵ ਜੋ ਮਾਲਕ ਦਾਤਾ ਦਿੰਦਾ ਉਹਦੇ ਚ ਸ਼ੁਕਰਾਨਾ ਕਰਕੇ ਖਾਣੇ ਆ, ਉਹਦੇ ਚ ਹੀ ਗੁਜ਼ਾਰਾ ਕਰ ਲਈਦਾ। ਵੱਧ ਦੀ ਕਦੀ ਆਸ ਰੱਖੀ ਨਹੀਂ। ਖੰਡਿਤ ਨਿੰਦਰਾ ਅਲਪ ਆਹਾਰੰ, ਨਾਨਕ ਤਤ ਵਿਚਾਰੋ। ਆ ਹੈ ਤਤ ਦੀ ਵਿਚਾਰ। ਗੁਰਮਤ ਵਿੱਚ ਕੀ ਹੈ? ਰੱਬੀ ਪਿਆਰਾ ਜਿਹੜਾ ਹੈ ਉਹ ਹਮੇਸ਼ਾ ਹੀ ਸੁਚੇਤ ਰਹਿੰਦਾ, ਜਾਗਦਾ ਰਹਿੰਦਾ, ਸੌਂਦਾ ਹੀ ਨਹੀਂ। ਆ ਹੈ ਸਾਰੀ ਬਾਣੀ ਦਾ ਨਿਚੋੜ ਕਿ ਜ਼ਿੰਦਗੀ ਦੇ ਸਫ਼ਰ ਵਿੱਚ ਸੁਚੇਤ ਹੋ ਕੇ ਰਹਿਣਾ ਹੈ। ਤੁਹਾਨੂੰ ਘਰ ਛੱਡਣ ਦੀ ਲੋੜ ਨਹੀਂ, ਜੰਗਲ ਪਹਾੜ ਜਾਣ ਦੀ ਲੋੜ ਨਹੀਂ, ਤੁਹਾਨੂੰ ਅਨੇਕਾਂ ਥਾਵਾਂ ਤੇ ਜਾ ਕੇ ਰੱਬ ਖੋਜਣ ਦੀ ਲੋੜ ਨਹੀਂ। ਸਿਰਫ ਸੰਸਾਰ ਵਿੱਚ ਰਹਿੰਦਿਆਂ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿਓ। ਮਨ ਵਿਕਾਰਾਂ ਤੋਂ ਰਹਿਤ ਹੋ ਜਾਏਗਾ, ਸੁਚੇਤ ਹੋ ਜਾਏਗਾ, ਕੋਈ ਵਿਕਾਰ ਨੇੜੇ ਆਏਗਾ ਹੀ ਨਹੀਂ। ਆ ਹੈ ਗੁਰਮਤਿ ਦਾ ਸਿਧਾਂਤ। ਸੰਤ ਪ੍ਰਸਾਦ ਭਏ ਮਨ ਨਿਰਮਲ, ਗੁਰੂ ਦੀ ਕਿਰਪਾ ਸਦਕਾ, ਗੁਰੂ ਦਾ ਗਿਆਨ ਲੈ ਕੇ ਮਨ ਪਵਿੱਤਰ ਹੋ ਗਿਆ, ਵਿਕਾਰਾਂ ਤੋਂ ਰਹਿਤ ਹੋ ਗਿਆ। ਹਰ ਕੀਰਤਨ ਮੈਂ ਆਂਦਿਨ ਜਾਗਾ। ਹੁਣ ਰੱਬੀ ਗੁਣਾ ਚ ਹਮੇਸ਼ਾ ਸੁਚੇਤ ਰਹਿੰਦਾ ਹੈ, ਹਰ ਪਲ ਅਵੇਅਰ ਰਹਿੰਦਾ ਹੈ, ਚੇਤੇ ਰਹਿੰਦਾ, ਹਰ ਪਲ ਰੱਬੀ ਗੁਣਾ ਨੂੰ ਯਾਦ ਰੱਖਦਾ ਹੈ ਤੇ ਰੱਬੀ ਗੁਣਾ ਸਦਕਾ ਕੋਈ ਵਿਕਾਰ ਨੇੜੇ ਆਉਂਦਾ ਹੀ ਨਹੀਂ ਹੈ, ਸੁਚੇਤ ਰਹਿੰਦਾ ਹੈ। ਇਹ ਹੈ ਗੁਰਮਤਿ ਦਾ ਸਿਧਾਂਤ ਇਹਨਾਂ ਤੁਕਾਂ ਦੇ ਵਿੱਚ। ਭਗਤ ਕਬੀਰ ਜੀ ਨੇ ਫਿਰ ਏਕਮ ਥਿਤ ਦੀ ਗੱਲ ਕੀਤੀ। ਪਹਿਲੀ ਤਰੀਕ, ਪਰਵਾਹ ਪ੍ਰੀਤਮ ਕਰੋ ਵਿਚਾਰ। ਪਰਵਾਹ, ਪਰਵਾਹ ਭਾਵ ਪਹਿਲੀ ਤਰੀਕ, ਏਕਮ ਥਿਤ ਭਾਵ 1 ਤਰੀਕ ਦੇਸੀ ਮਹੀਨੇ ਦੀ, ਸੂਰਜੀ ਮਹੀਨੇ, ਚੰਦਰਮਾ ਦੇ ਮਹੀਨੇ ਦੀ। ਆਮ ਤੌਰ ਤੇ ਕੀ ਹੁੰਦਾ ਹੈ, ਕੁਝ ਲੋਕ ਏਕਮ ਨੂੰ ਪਵਿੱਤਰ ਦਿਨ ਮੰਨਦੇ ਨੇ, ਪਰ ਭਗਤ ਕਬੀਰ ਜੀ ਕਹਿਣ ਲੱਗੇ ਇਹ ਤਾਂ ਪਵਿੱਤਰ ਹੋ ਸਕਦੀ ਹੈ 1 ਤਰੀਕ, ਏਕਮ ਥਿਤ ਤਾਂ ਵਧੀਆ ਤੁਹਾਡੇ ਲਈ ਹੋ ਸਕਦੀ ਹੈ, ਪ੍ਰੀਤਮ ਕਰੋ ਵਿਚਾਰ। ਜੇ ਪ੍ਰੀਤਮ ਉਸ ਪਿਆਰੇ ਦੇ ਨਾਲ ਸਾਂਝ ਪਾਓ, ਉਸ ਪ੍ਰਭੂ ਦੀ ਵਿਚਾਰ ਕਰੋ। ਬਾਹਰਲੇ ਕਰਮ ਕਾਂਡ ਕਰਨ ਦੇ ਨਾਲ 1 ਤਰੀਕ ਸਫਲ ਨਹੀਂ ਹੋਏਗੀ। ਵਰਤ ਰੱਖਣ ਦੇ ਨਾਲ ਅੰਦਰ ਇਨਸਾਨੀਅਤ ਪੈਦਾ ਨਹੀਂ ਹੋਏਗੀ। ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਅੰਦਰ ਦੀ ਜ਼ਮੀਰ ਨਹੀਂ ਜਾਗੇਗੀ। ਬਾਹਰਲੇ ਦੀਵੇ ਜਗਾਉਣ ਦੇ ਨਾਲ, ਬਾਹਰਲੀਆਂ ਧੂਫ ਅਗਰਬੱਤੀਆਂ ਜਗਾਉਣ ਦੇ ਨਾਲ ਅੰਦਰ ਖੁਸ਼ੀ ਤੇ ਸ਼ਾਂਤੀ ਨਹੀਂ ਪੈਦਾ ਹੋਏਗੀ। ਪ੍ਰੀਤਮ ਦੇ ਗੁਣਾਂ ਦੀ ਵਿਚਾਰ ਕਰੋ, ਰੱਬੀ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰ ਲਓ, ਰੱਬੀ ਗੁਣਾਂ ਨੂੰ ਵਿਚਾਰ ਮੰਡਲ ਦੇ ਅੰਦਰ ਵਸਾ ਲਓ। ਉਸ ਪ੍ਰੀਤਮ ਦੇ ਗੁਣਾਂ ਦੀ ਵਿਚਾਰ ਕਰੋ, ਰੱਬ ਦੇ ਗੁਣਾਂ ਨੂੰ ਜੀਵਨ ਦੇ ਵਿੱਚ ਲੈ ਕੇ ਆਓ। ਪਰਵਾਹ ਪ੍ਰੀਤਮ ਕਰੋ ਵਿਚਾਰ, ਉਸ ਪ੍ਰੀਤਮ ਦੀ, ਪ੍ਰਭੂ ਦੀ ਵਿਚਾਰ ਕਰੋ। ਪ੍ਰਭੂ ਕਿੱਥੇ ਹੈ ਜਿਹਨੂੰ ਅਸੀਂ ਖੋਜ ਰਹੇ ਹਾਂ, ਜਿਹਨੂੰ ਕੁਝ ਤੀਰਥਾਂ ਤੇ ਨਹਾ ਕੇ ਖੋਜ ਰਹੇ ਨੇ, ਜਿਹਨੂੰ ਕੋਈ ਵਰਤ ਰੱਖ ਕੇ ਕੁਝ ਲੋਕ ਖੋਜ ਰਹੇ ਨੇ, ਜਿਹਨੂੰ ਕੋਈ ਜੰਗਲ ਪਹਾੜ ਵਿੱਚ ਜਾ ਕੇ ਕੁਝ ਲੋਕ ਖੋਜ ਰਹੇ ਨੇ। ਉਹਦੀ ਵਿਚਾਰ ਕਰੋ ਕਿੱਥੇ ਹੈ ਉਹ।
ਫਿਰ ਤੁਹਾਡੀ ਇੱਕ ਤਰੀਕ ਸਫਲ ਹੋਏਗੀ। ਪਰਵਾਹ ਪ੍ਰੀਤਮ ਕਰੋ ਵਿਚਾਰ, ਉਸ ਪ੍ਰੀਤਮ ਦੀ ਵਿਚਾਰ ਕਰੋ। ਉਹ ਕਿੱਥੇ ਹੈ ਤੇ ਕਿੱਥੇ ਹੈ ਜੀ ਉਹ ਪ੍ਰੀਤਮ? ਘਟ ਮੈਂ ਖੇਲੈ ਅਘਟ ਅਪਾਰ। ਘਟ ਮੈਂ ਖੇਲੈ, ਘਟ ਮੈਨੇ ਹਿਰਦਿਆਂ ਚ, ਸਾਰੇ ਹਿਰਦਿਆਂ ਚ ਆਪ ਹੀ ਖੇਲ ਰਿਹਾ ਹੈ। ਭਾਵ ਸਾਰਿਆਂ ਸਰੀਰਾਂ ਵਿੱਚ, ਸਾਰਿਆਂ ਹਿਰਦਿਆਂ ਦੇ ਵਿੱਚ ਪ੍ਰਭੂ ਹੀ ਵਾਸ ਕਰ ਰਿਹਾ ਹੈ। ਉਹਦੀ ਵਿਚਾਰ ਕਰੋ ਜਿਹੜਾ ਸਾਰਿਆਂ ਵਿੱਚ ਹੈ। ਪਰ ਹੈ ਉਹ ਅਘਟ ਜਿਹਦਾ ਆਪਣਾ ਸਰੀਰ ਨਹੀਂ ਹੈ। ਘਟ ਮੈਂ ਖੇਲਿਆ ਮੈਨੇ ਸਾਰਿਆਂ ਸਰੀਰਾਂ ਚ ਖੇਲਦਾ ਹੈ। ਘਟ ਮੈਨੇ ਜਿਹਦਾ ਆਪਣਾ ਸਰੀਰ ਕੋਈ ਨਹੀਂ ਹੈ। ਅਪਾਰ ਜਿਹਦਾ ਪਾਰ ਬੰਨਾ ਨਹੀਂ ਹੈ, ਪਾਰ ਤੋਂ ਰਹਿਤ। ਉਹ ਪ੍ਰਭੂ ਹਰੇਕ ਸਰੀਰ ਵਿੱਚ ਵਸ ਰਿਹਾ ਹੈ, ਪਰ ਉਹਦਾ ਆਪਣਾ ਵਿਸ਼ੇਸ਼ ਸਰੀਰ ਕੋਈ ਨਹੀਂ ਹੈ। ਜਿਵੇਂ ਆਮ ਤੌਰ ਤੇ ਲੋਕ ਸਮਝਦੇ ਨੇ ਕਿ ਪ੍ਰਭੂ ਦਾ ਆਪਣਾ ਇੱਕ ਵਿਸ਼ੇਸ਼ ਸਰੀਰ ਹੋਏਗਾ, ਜਿਹੜਾ ਕਿਤੇ ਆਸਮਾਨ ਵਿੱਚ ਰੱਬ ਬੈਠਾ ਹੋਏਗਾ, ਕਿਸੇ ਬੈਕੁੰਠ ਵਿੱਚ ਬੈਠਾ ਹੋਏਗਾ, ਕੋਈ ਸੱਚਖੰਡ ਚ ਰਹਿੰਦਾ ਹੋਏਗਾ, ਕੋਈ ਕਹਿੰਦਾ ਉਹ ਸਵਰਗ ਵਿੱਚ ਰਹਿੰਦਾ ਹੈ, ਕੋਈ ਕਹਿੰਦਾ ਉਹ ਬਹਿਸ਼ਤ ਵਿੱਚ ਬੈਠਾ ਹੋਇਆ ਹੈ। ਹੁਣ ਮੰਨ ਲਓ ਜੀ ਅਸੀਂ ਮੰਨ ਲਈਏ ਕਿ ਉਹ ਬਹਿਸ਼ਤ ਵਿੱਚ ਬੈਠਾ ਹੋਇਆ ਹੈ, ਜਾਂ ਉਹ ਸਵਰਗ ਵਿੱਚ ਬੈਠਾ ਹੈ, ਜਾਂ ਆਸਮਾਨ ਵਿੱਚ ਕਿਸੇ ਨਗਰੀ ਚ ਬੈਠਾ ਹੋਇਆ ਹੈ, ਫਿਰ ਤੇ ਸਰੀਰਧਾਰੀ ਹੋਏਗਾ ਨਾ। ਜਿਹੜਾ ਉਹਨੂੰ ਉੱਤੇ ਬੈਠਾ ਮੰਨੇਗਾ ਵੀ ਰੱਬ ਉੱਪਰ ਕਿਤੇ ਬੈਠਾ ਹੈ, ਫਿਰ ਤੇ ਸਰੀਰਧਾਰੀ ਹੋਏਗਾ। ਤੇ ਦੂਜਾ, ਜੇ ਉਹ ਕਿਤੇ ਉੱਤਾ ਬੈਠਾ ਹੋਇਆ ਹੈ, ਫਿਰ ਉਹ ਇੱਕ ਦੇਸ਼ੀ ਹੋਏਗਾ, ਫਿਰ ਸਰਵਦੇਸ਼ੀ ਨਹੀਂ ਰਹੇਗਾ ਉਹ। ਕਿਉਂਕਿ ਸਰੀਰ ਤੇ ਇੱਕ ਦੇਸ਼ 'ਚ ਹੀ ਰਹਿ ਸਕਦਾ ਹੈ ਨਾ। ਇੱਕ ਸਰੀਰ ਇੱਕ ਥਾਂ ਤੇ ਹੀ ਰਹਿ ਸਕਦਾ ਹੈ, ਇੱਕ ਸਰੀਰ ਹਜ਼ਾਰਾਂ ਥਾਵਾਂ ਤੇ ਕਿਵੇਂ ਰਹੇਗਾ? ਇੱਕ ਸਰੀਰ ਇੱਕ ਦੇਸ਼ ਵਿੱਚ ਰਹਿ ਸਕਦਾ ਹੈ, ਫਿਰ ਉਹ ਇੱਕ ਦੇਸ਼ੀ ਹੋਏਗਾ, ਸਰਵਦੇਸ਼ੀ ਨਹੀਂ ਰਹੇਗਾ, ਸਰਵ ਵਿਆਪੀ ਨਹੀਂ ਰਹੇਗਾ, ਉਹ ਤੇ ਇੱਕ ਥਾਂ ਤੇ ਟਿਕ ਗਿਆ। ਭਗਤ ਕਬੀਰ ਜੀ ਕਹਿੰਦੇ ਨੇ ਉਹ ਸਰੀਰਧਾਰੀ ਨਹੀਂ ਹੈ, ਜਿਹਦਾ ਇੱਕ ਸਰੀਰ ਹੈ, ਉਹ ਅਘਟ ਹੈ, ਵਿਸ਼ੇਸ਼ ਸਰੀਰ ਤੋਂ ਰਹਿਤ ਹੈ, ਪਰ ਘਟ ਮੈਂ ਖੇਲੇ ਸਾਰਿਆਂ ਸਰੀਰਾਂ ਵਿੱਚ ਉਹ ਆਪ ਵਸ ਰਿਹਾ ਹੈ। ਹਰ ਹਿਰਦੇ ਵਿੱਚ ਉਹ ਆਪ ਵੀ ਵਿਆਪ ਰਿਹਾ ਹੈ, ਉਸ ਦੁਨੀਆ ਤੋਂ ਵੱਖਰਾ ਨਹੀਂ ਹੈ। ਰੱਬ ਦਾ ਇੱਕ ਸਰੀਰ ਵੱਖਰਾ ਨਹੀਂ ਮੰਨਿਆ ਜਾ ਸਕਦਾ। ਸਾਰੇ ਸਰੀਰ ਰੱਬ ਦੇ ਸਰੀਰ ਨੇ, ਸਾਰੀਆਂ ਅੱਖਾਂ ਉਹਦੀਆਂ ਅੱਖਾਂ ਨੇ, ਸਾਰੇ ਚਿਹਰੇ ਰੱਬ ਦੇ ਚਿਹਰੇ ਨੇ। ਸਹਿਸ ਤਵ ਨੈਣ ਨਨ ਨੈਣ ਹੈ ਤੋਹਿ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਉਹ ਸਾਰਿਆਂ ਵਿੱਚ ਉਹ ਆਪ ਹੈ। ਘਟ ਮੈਂ ਖੇਲਿਆ, ਇਹਦੀ ਵਿਚਾਰ ਕਰੋ, ਰੱਬ ਸਾਰਿਆਂ ਵਿੱਚ ਹੈ। ਪ੍ਰਭੂ ਹਰ ਹਿਰਦੇ ਵਿੱਚ ਵਿਆਪ ਰਿਹਾ ਹੈ। ਘਟ ਮੈਂ ਖੇਲਿਆ ਅਘਟ ਅਪਾਰ, ਸਾਰਿਆਂ ਸਰੀਰਾਂ ਵਿੱਚ ਉਹ ਆਪ ਹੀ ਪ੍ਰਭੂ ਵਸ ਰਿਹਾ ਹੈ। ਪਰ ਉਸ ਪ੍ਰਭੂ ਦਾ ਆਪਣਾ ਕੋਈ ਵਿਸ਼ੇਸ਼ ਸਰੀਰ ਨਹੀਂ ਹੈ, ਉਹਦਾ ਆਪਣਾ ਖਾਸ ਕੋਈ ਸਰੀਰ ਨਹੀਂ ਹੈ। ਉਹ ਪਾਰਲੇ ਬੰਨੇ ਤੋਂ ਰਹਿਤ ਹੈ। ਜਦੋਂ ਅਸੀਂ ਇਸ ਗੱਲ ਨੂੰ ਸਮਝ ਜਾਵਾਂਗੇ, ਉਹ ਸਾਰਿਆਂ ਦੇ ਵਿੱਚ ਹੈ, ਤੇ ਸਾਰਿਆਂ ਵਿੱਚ ਕਿਵੇਂ ਹੈ, ਘਟ ਵਿੱਚ ਕਿਵੇਂ ਖੇਡਦਾ ਹੈ? ਪ੍ਰਭੂ ਹੈ ਸੱਚ, ਤੇ ਸਾਰਿਆਂ ਹਿਰਦਿਆਂ ਦੇ ਵਿੱਚ, ਸਾਰਿਆਂ ਸਰੀਰਾਂ ਵਿੱਚ ਸੱਚ ਰਵਿਆ ਹੋਇਆ ਹੈ। ਪ੍ਰਭੂ ਹੈ ਦਿਆਲੂ, ਦਇਆ ਸਾਰਿਆਂ ਦੇ ਅੰਦਰ ਹੈ। ਪ੍ਰਭੂ ਹੈ ਪ੍ਰੇਮ, ਪ੍ਰੇਮ ਹਰ ਇੱਕ ਦੇ ਹਿਰਦੇ ਦੇ ਵਿੱਚ ਹੈ। ਪ੍ਰਭੂ ਹੈ ਇਸ ਜੀਵਨ ਦੇ ਵਿੱਚ ਸਹਿਜ, ਸਹਿਜ ਸਾਰਿਆਂ ਦੇ ਅੰਦਰ ਹੈ। ਪ੍ਰਭੂ ਇਸ ਧਰਤੀ ਤੇ ਬਖਸ਼ਿੰਦ ਹੈ, ਖਿਮਾ ਦਾ ਗੁਣ ਸਾਰਿਆਂ ਵਿੱਚ ਹੈ। ਪ੍ਰਭੂ ਇਸ ਧਰਤੀ ਤੇ ਨਿਰਵੈਰ ਹੈ, ਨਿਰਵੈਰ ਦਾ ਗੁਣ ਸਾਰਿਆਂ ਵਿੱਚ ਹੈ। ਭਾਵ ਗੁਣਾ ਰੂਪ ਹੋ ਕੇ ਸਾਰਿਆਂ ਦੇ ਅੰਦਰ ਬੈਠਾ ਹੋਇਆ ਹੈ, ਸਾਰਿਆਂ ਦੇ ਅੰਦਰ ਮੌਜੂਦ ਹੈ ਰੱਬ। ਤੇ ਪ੍ਰਭੂ ਦੇ ਗੁਣ ਅਨੰਤ ਨੇ। ਕਿਹੜਾ ਕਿਹੜਾ ਗੁਣ ਦੇਖਾਂਗੇ? ਅਨੰਤ ਗੁਣਾਂ ਦਾ ਮੁਜੱਸਮਾ ਪ੍ਰਭੂ ਸਾਰਿਆਂ ਹਿਰਦਿਆਂ ਦੇ ਵਿੱਚ ਹੈ। ਇਹਦਾ ਮਤਲਬ ਹਰ ਮਨੁੱਖ ਦੇ ਅੰਦਰ ਅਨੰਤ ਗੁਣਾਂ ਨੂੰ ਪ੍ਰਗਟ ਕਰਨ ਦੀ ਸੰਭਾਵਨਾ ਹੈ। ਜੇ ਸੱਚ ਪ੍ਰਭੂ ਅੰਦਰ ਵਸ ਰਿਹਾ, ਸੱਚ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਜੇ ਪ੍ਰੇਮ ਪ੍ਰਭੂ ਅੰਦਰ ਵਸ ਰਿਹਾ, ਪ੍ਰੇਮ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਜੇ ਦਇਆ ਰੂਪੀ ਪ੍ਰਭੂ ਅੰਦਰ ਦਿਆਲੂ ਵਸ ਰਿਹਾ, ਤੇ ਦਇਆ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਅਸੀਂ ਕਿੰਨਾ ਵਿਸਥਾਰ ਕਰ ਸਕਦੇ ਹਾਂ। ਅਨੰਤ ਗੁਣ ਸਾਡੇ ਅੰਦਰ ਵਸ ਰਹੇ ਨੇ, ਤੇ ਸਾਡੇ ਕੋਲ ਅਨੰਤ ਵਿਕਾਸ ਦੀਆਂ ਸੰਭਾਵਨਾਵਾਂ ਨੇ। ਅਸੀਂ ਅਨੰਤ ਵਿਕਾਸ ਕਰ ਸਕਦੇ ਹਾਂ, ਕਿੰਨੇ ਹੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਪ੍ਰਗਟ ਕਰ ਸਕਦੇ ਹਾਂ। ਉਹ ਪ੍ਰਭੂ ਜਿਹੜਾ ਹੈ ਹਰ ਹਿਰਦੇ 'ਚ ਵਸ ਰਿਹਾ ਹੈ। ਕਾਲ ਕਲਪਨਾ ਕਦੇ ਨਾ ਖਾਏ। ਤੇ ਜਿਹੜਾ ਇਨਸਾਨ ਐਸੇ ਪ੍ਰਭੂ ਦੇ ਨਾਲ ਸਾਂਝ ਪਾ ਲੈਂਦਾ ਹੈ, ਐਸੇ ਪ੍ਰਭੂ ਨੂੰ ਆਪਣੀ ਜ਼ਿੰਦਗੀ 'ਚ ਪ੍ਰਗਟ ਕਰਦਾ ਹੈ, ਕਾਲ ਕਲਪਨਾ ਕਦੇ ਨਾ ਖਾਏ। ਕਾਲ ਦਾ ਅਰਥ ਮੌਤ। ਮੌਤ ਉਹਨੂੰ ਮਾਰ ਨਹੀਂ ਸਕਦੀ, ਮੌਤ ਦਾ ਡਰ ਉਹਨੂੰ ਕਦੀ ਪੋ ਨਹੀਂ ਸਕਦਾ। ਕਾਲ ਦੀ ਕਲਪਨਾ ਵੀ ਉਹਦੀ ਜ਼ਿੰਦਗੀ ਵਿੱਚ ਨਹੀਂ ਹੈ। ਮੌਤ ਦੀ ਚੇਤਾ ਹੀ ਖਤਮ ਹੋ ਗਈ। ਕਲਪਨਾ ਦਾ ਭਾਵ ਚਿੰਤਾ, ਫਿਕਰ, ਕਲਪਨਾ ਕਰਨੀਆਂ। ਜੇ ਪ੍ਰਭੂ ਅਚਿੰਤ ਹੈ ਤੇ ਉਹ ਮੇਰੇ ਅੰਦਰ ਵੀ ਚਿੰਤਾਵਾਂ ਨੂੰ ਖਤਮ ਕਰ ਦਿੰਦਾ ਹੈ। ਜੇ ਪ੍ਰਭੂ ਅਕਾਲ ਹੈ, ਮੇਰੇ ਅੰਦਰ ਦੇ ਕਾਲ ਦਾ ਵੀ ਨਾਸ਼ ਕਰ ਦਿੰਦਾ ਹੈ। ਹਰ
ਜੀਵ ਦੇ ਅੰਦਰ ਅਕਾਲ ਪ੍ਰਭੂ ਵਸ ਰਿਹਾ ਹੈ, ਤੇ ਜਦੋਂ ਕੋਈ ਉਸ ਅਕਾਲ ਦੇ ਨਾਲ ਜੁੜ ਜਾਂਦਾ ਹੈ, ਉਹ ਕਾਲ ਤੋਂ ਰਹਿਤ ਹੋ ਜਾਂਦਾ ਹੈ। ਐਸੇ ਮਨੁੱਖ ਨੂੰ ਮੌਤ ਦੀ ਚਿੰਤਾ ਨਹੀਂ ਹੈ। ਕਲਪਨਾ ਮੈਨੇ ਚਿੰਤਾ, ਕਾਲ ਕਲਪਨਾ ਕਦੇ ਨਾ ਖਾਏ। ਮੌਤ ਦੀ ਚਿੰਤਾ ਨੂੰ ਖਾਂਦੀ ਨਹੀਂ ਹੈ, ਕਿਉਂਕਿ ਉਹਨੂੰ ਸਮਝ ਲੱਗ ਜਾਂਦੀ ਹੈ ਸਰੀਰਕ ਤੌਰ ਤੇ ਹਰ ਇੱਕ ਨੇ ਆਉਣਾ ਤੇ ਜਾਣਾ। ਸਰੀਰਕ ਤੌਰ ਤੇ ਹਰ ਇੱਕ ਦਾ ਜਨਮ ਹੈ, ਮੌਤ ਹੈ, ਪਰ ਜਦੋਂ ਪ੍ਰਭੂ ਅਕਾਲ ਨਾਲ ਕੋਈ ਜੁੜ ਜਾਂਦਾ ਹੈ, ਆਤਮਿਕ ਤੌਰ ਤੇ ਉਹ ਮਰਦਾ ਨਹੀਂ ਹੈ, ਉਹਦੀ ਜ਼ਮੀਰ ਮਰਦੀ ਨਹੀਂ ਹੈ, ਉਹਦੀ ਇਨਸਾਨੀਅਤ ਮਰਦੀ ਨਹੀਂ ਹੈ, ਆਤਮਿਕ ਤੌਰ ਤੇ ਉਹ ਜਿੰਦਾ ਰਹਿੰਦਾ ਹੈ। ਸਰੀਰਕ ਤੌਰ ਤੇ ਜੀਵਨ ਵੀ ਹੈ, ਮੌਤ ਵੀ, ਔਰ ਦੋਨੋਂ ਜ਼ਰੂਰੀ ਨੇ। ਸਰੀਰਕ ਤੌਰ ਤੇ ਦੋਨੋਂ ਹੀ ਚੀਜ਼ਾਂ ਜ਼ਰੂਰੀ ਨੇ, ਔਰ ਦੋਨੋਂ ਚੀਜ਼ਾਂ ਦੇ ਸਦਕਾ ਹੀ ਇਹ ਪੂਰਾ ਜੀਵਨ ਚੱਲ ਰਿਹਾ ਹੈ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਸਤਿਗੁਰੂ ਪਾਤਸ਼ਾਹ ਆਖਦੇ ਨੇ, ਗਾਵੇ ਕੋ ਸਾਜ ਕਰੇ ਤਨ ਖੇ। ਉਹ ਜੀਵਨ ਨੂੰ ਸਾਜਦਾ ਵੀ ਹੈ, ਖੇ ਵੀ ਕਰ ਦਿੰਦਾ ਹੈ, ਮਿੱਟੀ ਵੀ ਕਰਦਾ ਹੈ, ਬਣਾਉਂਦਾ ਵੀ ਹੈ, ਖਤਮ ਵੀ ਕਰ ਦਿੰਦਾ ਹੈ, ਕਿਉਂਕਿ ਦੋਨੋਂ ਚੀਜ਼ਾਂ ਜ਼ਰੂਰੀ ਨੇ, ਉਹਦੇ ਹੁਕਮ ਦੇ ਵਿੱਚ ਹੈ। ਔਰ ਉਸ ਪ੍ਰਭੂ ਦੇ ਹੁਕਮ ਦੇ ਵਿੱਚ ਹੀ ਜੀਵ ਆ ਵੀ ਰਹੇ ਨੇ, ਜੀਵ ਜਾ ਵੀ ਰਹੇ ਨੇ, ਉਹਦੇ ਹੁਕਮ ਦੇ ਵਿੱਚ ਹੀ ਇਹ ਸਾਰਾ ਸੰਸਾਰ ਜਿਹੜਾ ਉਹ ਚੱਲ ਰਿਹਾ ਹੈ। ਕਿਉਂ? ਜੀਵਨ ਤੇ ਮੌਤ ਦੋਨੋਂ ਜ਼ਰੂਰੀ ਨੇ। ਜੇ ਇਕੱਲਾ ਜੀਵਨ ਹੀ ਜੀਵਨ ਹੋਵੇ, ਮੌਤ ਹੋਵੇ ਹੀ ਨਾ, ਜੀਵਨ ਹੀ ਜੀਵਨ ਹੋਵੇ, ਅਨੇਕਾਂ ਬੱਚੇ ਹਰ ਰੋਜ਼ ਪੈਦਾ ਹੋ ਰਹੇ ਹੋਣ, ਪਸ਼ੂ ਪੰਛੀ ਪੈਦਾ ਹੋ ਰਹੇ ਹੋਣ, ਬਨਸਪਤੀ ਪੈਦਾ ਹੁੰਦੀ ਹੋਵੇ, ਤੇ ਇੱਕ ਦਿਨ ਐਸਾ ਆਏਗਾ ਧਰਤੀ ਤੇ ਪੈਰ ਰੱਖਣਾ ਮੁਸ਼ਕਲ ਹੋ ਜਾਏਗਾ। ਇੰਨੇ ਪਸ਼ੂ ਪੰਛੀ ਜੀਵ ਜੰਤੂ ਇਨਸਾਨ ਪੈਦਾ ਹੋ ਜਾਣਗੇ, ਇਸ ਧਰਤੀ ਤੇ ਤੁਰਨਾ ਔਖਾ ਹੋ ਜਾਏਗਾ, ਕਦਮ ਰੱਖਣਾ ਔਖਾ ਹੋ ਜਾਏਗਾ, ਸਾਹ ਲੈਣਾ ਔਖਾ ਹੋ ਜਾਏਗਾ। ਪਰ ਜੇ ਇਕੱਲੀ ਮੌਤ ਹੀ ਮੌਤ ਹੋਵੇ ਤਾਂ ਵੀ ਦੁਨੀਆ ਨਹੀਂ ਚੱਲ ਸਕਦੀ। ਸਾਰੇ ਮਨੁੱਖ ਮਰਦੇ ਤੇ ਜਾਣ ਪਰ ਪੈਦਾ ਕੋਈ ਨਾ ਹੋਵੇ, ਪਸ਼ੂ ਪੰਛੀ ਮਰਦੇ ਤੇ ਜਾਣ ਪਰ ਪੈਦਾ ਕੋਈ ਨਾ ਹੋਵੇ, ਬਨਸਪਤੀ ਮਰਦੀ ਤੇ ਜਾਏ ਪਰ ਕੋਈ ਵੀ ਬਨਸਪਤੀ ਪੈਦਾ ਨਾ ਹੋਵੇ, ਤੇ ਕੁਝ ਸਾਲਾਂ ਬਾਅਦ ਹੀ ਇਹ ਧਰਤੀ ਉਜਾੜ ਸੁਨਸਾਨ ਹੋ ਜਾਏਗੀ। ਜਨਮ ਤੇ ਮੌਤ ਇਹ ਦੋਨੋਂ ਇਸ ਸੰਸਾਰ ਵਾਸਤੇ ਜ਼ਰੂਰੀ ਨੇ। ਪੁਰਾਣਾ ਜਾ ਰਿਹਾ ਤੇ ਨਵਾਂ ਆ ਰਿਹਾ, ਪੁਰਾਣੇ ਪੱਤੇ ਟੁੱਟ ਰਹੇ ਨੇ, ਉੱਥੋਂ ਨਵੇਂ ਪੱਤੇ ਨਿਕਲ ਆ ਰਹੇ ਨੇ। ਫਿਰ ਐਸੇ ਮਨੁੱਖ ਨੂੰ ਪਤਾ ਹੈ ਕਿ ਸਰੀਰਕ ਤੌਰ ਤੇ ਜੇ ਜਨਮ ਹੋਇਆ, ਇਹਨੇ ਮਰਨਾ ਵੀ ਹੈ, ਉਹਨੂੰ ਡਰ ਨਹੀਂ ਹੈ, ਤੇ ਦੂਸਰਾ ਆਤਮਿਕ ਤੌਰ ਤੇ ਉਹਨੂੰ ਮਰਨ ਦੀ ਚਿੰਤਾ ਹੀ ਨਹੀਂ ਹੁੰਦੀ, ਕਿਉਂਕਿ ਉਹਨੇ ਆਤਮਿਕ ਮੌਤ ਤੇ ਮਰਨਾ ਹੀ ਨਹੀਂ ਹੈ। ਜਿਹੜਾ ਐਸੇ ਪ੍ਰਭੂ ਨਾਲ ਜੁੜ ਗਿਆ, ਕਾਲ ਕਲਪਨਾ ਕਦੇ ਨਾ ਖਾਏ। ਅਕਾਲ ਪ੍ਰਭੂ ਨਾਲ ਜੁੜਨ ਦੇ ਨਾਲ ਉਹਨੂੰ ਮੌਤ ਦੀ ਚਿੰਤਾ ਕਦੀ ਖਾਂਦੀ ਨਹੀਂ, ਭਾਵ ਉਹ ਕਦੀ ਵਿਕਾਰਾਂ ਵਿੱਚ ਮਰਦਾ ਨਹੀਂ, ਉਹ ਕਾਮ ਕ੍ਰੋਧ ਵਿੱਚ ਮਰਦਾ ਨਹੀਂ, ਲੋਭ ਮੋਹ ਚ ਮਰਦਾ ਨਹੀਂ, ਝੂਠ ਵਿੱਚ ਮਰਦਾ ਨਹੀਂ, ਪਰਾਇਆ ਹੱਕ ਮਾਰ ਕੇ ਉਹ ਆਪਣੀ ਜ਼ਮੀਰ ਨੂੰ ਮਾਰਦਾ ਨਹੀਂ, ਕਿਸੇ ਦੀ ਨਿੰਦਾ ਕਰਕੇ ਉਹ ਆਪਣੀ ਇਨਸਾਨੀਅਤ ਨੂੰ ਮਾਰਦਾ ਨਹੀਂ, ਕਿਸੇ ਦਾ ਹੱਕ ਮਾਰ ਕੇ ਉਹ ਆਪਣੇ ਆਪ ਨੂੰ ਮਾਰਦਾ ਨਹੀਂ। ਉਹਦੀ ਇਨਸਾਨੀਅਤ ਜਿੰਦਾ ਰਹਿੰਦੀ ਹੈ, ਉਹਦੀ ਜ਼ਮੀਰ ਜਿੰਦਾ ਰਹਿੰਦੀ ਹੈ, ਆਤਮਿਕ ਮੌਤ ਤੇ ਮਰਦਾ ਨਹੀਂ। ਉਹ ਸਰੀਰਕ ਤੌਰ ਤੇ ਸਭ ਨੇ ਜਾਣੇ, ਪਰ ਆਤਮਿਕ ਤੌਰ ਤੇ ਉਹਦੀ ਮੌਤ ਨਹੀਂ ਹੁੰਦੀ, ਜਿਹਨੂੰ ਗੁਰਬਾਣੀ ਆਖਦੀ ਹੈ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਅਨੰਤਾ, ਹਮੇਸ਼ਾ ਜਿਉਂਦੇ ਰਹੋ। ਏਕ ਬੂੰਦ ਗੁਰਦੀਨੋ ਅੰਮ੍ਰਿਤ ਤਾਂ ਅਟਲ ਅਮਰ ਨਾ ਮੂਆ। ਰੱਬੀ ਗੁਣਾ ਦੀ ਇੱਕ ਬੂੰਦ ਆਤਮਿਕ ਤੌਰ ਤੇ ਮਰਨ ਨਹੀਂ ਦਿੰਦੀ, ਗੁਣਾਂ ਵਿੱਚ ਅਮਰ ਕਰ ਦਿੰਦੀ ਹੈ। ਕਿਵੇਂ? ਆਦ ਪੁਰਖ ਮੈਂ ਰਹਿ ਸਮਾਏ। ਜਿਹੜਾ ਮਨੁੱਖ ਆਦ ਪੁਰਖ ਚ ਸਮਾ ਜਾਂਦਾ ਹੈ, ਜਿਹੜਾ ਪ੍ਰਭੂ ਜਰੇ ਜਰੇ ਵਿੱਚ ਸਮਾਇਆ ਹੋਇਆ ਹੈ, ਜਿਹੜਾ ਉਹ ਆਦ ਸਾਰੇ ਸੰਸਾਰ ਦਾ ਮੁੱਢ ਹੈ, ਪੁਰਖ ਮੈਨੇ ਸਮਾਇਆ ਹੋਇਆ ਜਿਹੜਾ, ਉਹ ਜੀਵ ਉਸ ਸਮਾਏ ਹੋਏ ਪ੍ਰਭੂ ਦਾ ਆਪਣੇ ਆਪ ਨੂੰ ਹਿੱਸਾ ਸਮਝ ਲੈਂਦਾ ਹੈ। ਉਹਨੂੰ ਸਮਝ ਆ ਜਾਂਦੀ ਹੈ, ਮੈਂ ਪ੍ਰਭੂ ਚ ਹੀ ਸਮਾਇਆ ਹੋਇਆ, ਉਹਦੇ ਤੋਂ ਵੱਖ ਨਹੀਂ ਆ। ਜਿਸ ਮਨੁੱਖ ਦੇ ਅੰਦਰ ਸੱਚ ਪੈਦਾ ਹੋ ਜਾਂਦਾ ਹੈ, ਉਹ ਸੱਚ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਜਿਸ ਮਨੁੱਖ ਦੇ ਅੰਦਰ ਨਿਰਵੈਰਤਾ ਦਾ ਗੁਣ ਪੈਦਾ ਹੋ ਜਾਂਦਾ ਹੈ, ਉਹ ਨਿਰਵੈਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਜਿਸ ਮਨੁੱਖ ਦੇ ਅੰਦਰ ਦਇਆ ਦਾ ਗੁਣ ਪੈਦਾ ਹੋ ਜਾਂਦਾ ਹੈ, ਉਹ ਦਿਆਲੂ ਰੱਬ ਵਰਗਾ ਹੋ ਜਾਂਦਾ ਹੈ, ਭਾਵ ਉਹ ਰੱਬ ਵਰਗਾ ਹੋ ਜਾਂਦਾ ਹੈ, ਉਹਦੇ ਚ ਰੱਬ ਵਾਲੇ ਗੁਣ ਪ੍ਰਗਟ ਹੋ ਜਾਂਦੇ ਨੇ। ਆਦ ਪੁਰਖ ਮੈਂ ਰਹਿ ਸਮਾਏ, ਰੱਬੀ ਗੁਣਾ ਕਰਕੇ ਉਹ ਰੱਬ ਦਾ ਰੂਪ ਹੋ ਜਾਂਦਾ ਹੈ, ਉਹਦੇ ਚ ਸਮਾਇਆ ਰਹਿੰਦਾ ਹੈ। ਦੁਤੀਆ ਦੁਹ ਕਰ ਜਾਣੇ ਅੰਗ। ਹੁਣ ਆ ਗਈ 2 ਤਰੀਕ, ਚੰਦਰਮਾ ਦੀ 2 ਤਰੀਕ, ਦੂਜ ਜਿਹਨੂੰ ਅਸੀਂ ਕਹਿੰਦੇ ਆ, ਏਕਮ ਤੋਂ ਬਾਅਦ ਦੂਜ। ਮਨੁੱਖ ਸੋਚਦਾ ਵੀ ਇਹ ਤਰੀਕਾਂ ਬੜੀਆਂ ਸ਼ੁਭ ਨੇ, ਅਸ਼ੁਭ ਨੇ, ਪਵਿੱਤਰ ਹੈ, ਅਪਵਿੱਤਰ ਹੈ। ਭਗਤ ਕਬੀਰ ਜੀ ਆਖਦੇ ਨੇ 2 ਤਰੀਕ ਆਈ, ਤੇ 2 ਤਰੀਕ ਵਿੱਚ ਇੱਕ ਗੱਲ ਸਮਝ ਲਈ, ਦੁਹ ਕਰ ਜਾਣੇ ਅੰਗ।
ਆ ਜਿਹੜਾ ਮਨੁੱਖ ਹੈ ਸੰਸਾਰ ਨੂੰ ਦੋ ਅੰਗ ਸਮਝਦਾ ਹੈ। ਅੰਗ ਦਾ ਮਤਲਬ ਹਿੱਸੇ। ਸੰਸਾਰ ਨੂੰ ਦੋ ਹਿੱਸੇ ਸਮਝਦਾ ਹੈ ਵੀ ਇਹ ਪੂਰੀ ਕਾਇਨਾਤ ਦੋ ਹਿੱਸਿਆਂ 'ਚ ਵੰਡੀ ਹੋਈ ਹੈ। ਇੱਕ ਪਾਸੇ ਸੰਸਾਰ ਹੈ, ਦੂਜੇ ਪਾਸੇ ਨਿਰੰਕਾਰ ਹੈ। ਉਹ ਦੋ ਸਮਝਦਾ ਚੀਜ਼ਾਂ। ਕਾਦਰ ਵੱਖਰਾ ਤੇ ਕੁਦਰਤ ਵੱਖਰੀ ਹੈ। ਉਹ ਸਮਝਦਾ ਹੈ ਰੱਬ ਵੱਖਰਾ ਤੇ ਰੱਬ ਦੀ ਦੁਨੀਆ ਵੱਖਰੀ ਹੈ। ਏਦਾਂ ਕਹਿ ਲਓ, ਉਹ ਸਮਝਦਾ ਹੈ ਕਿ ਮਾਇਆ ਵੱਖਰੀ ਹੈ ਤੇ ਬ੍ਰਹਮ ਵੱਖਰਾ ਹੈ। ਉਹ ਅਲੱਗ-ਅਲੱਗ ਸਮਝਦਾ ਹੈ। ਕੁਦਰਤ ਨੂੰ ਤੇ ਕਰਤੇ ਨੂੰ ਉਹ ਅਲੱਗ-ਅਲੱਗ ਸਮਝਦਾ ਹੈ। ਦੁਤੀਆ ਦੋਹ ਕਰ ਜਾਣੇ ਅੰਗ। ਦੂਜੀ ਥਿੱਤ ਦੇ ਰਾਹੀਂ ਭਗਤ ਕਬੀਰ ਜੀ ਸਮਝਾ ਰਹੇ ਨੇ ਕਿ ਆਮ ਲੋਕ ਸੰਸਾਰ ਨੂੰ ਦੋ ਹਿੱਸਿਆਂ 'ਚ ਵੰਡ ਲੈਂਦੇ ਨੇ ਕਿ ਆ ਦੁਨੀਆ ਵੱਖਰੀ ਹੈ ਤੇ ਰੱਬ ਕਿਤੇ ਵੱਖਰਾ ਬੈਠਾ ਅਸਮਾਨ ਦੇ ਵਿੱਚ। ਰੱਬ ਵੱਖਰਾ ਹੈ ਤੇ ਸੰਸਾਰ ਵੱਖਰਾ ਹੈ। ਆਮ ਤੌਰ ਤੇ ਇਸੇ ਤਰ੍ਹਾਂ ਸਮਝਿਆ ਜਾਂਦਾ ਹੈ। ਇਸੇ ਕਰਕੇ ਸਾਡਾ ਇਸ਼ਾਰਾ ਉੱਪਰ ਵੱਲ ਨੂੰ ਹੁੰਦਾ ਹੈ, ਰੱਬ ਉੱਪਰ ਰਹਿੰਦਾ ਹੈ। ਸਾਡੀ ਮਾਨਸਿਕਤਾ ਵਿੱਚ ਗੱਲ ਬਹਿ ਗਈ ਕਿ ਰੱਬ ਮੇਰੇ ਅੰਦਰ ਨਹੀਂ ਹੈ, ਰੱਬ ਮੇਰੇ ਮਿੱਤਰ ਦੇ ਅੰਦਰ ਨਹੀਂ ਹੈ, ਮੇਰੇ ਦੁਸ਼ਮਣ ਦੇ ਅੰਦਰ ਨਹੀਂ ਹੈ, ਆਲੇ ਦੁਆਲੇ ਨਹੀਂ ਹੈ, ਉਹ ਤੇ ਉੱਪਰ ਅਸਮਾਨ ਦੇ ਵਿੱਚ ਹੈ। ਦੁਨੀਆ ਵੱਖਰੀ ਹੈ ਤੇ ਰੱਬ ਵੱਖਰਾ ਹੈ। ਇਹ ਦੋ ਹਿੱਸੇ ਮੰਨ ਲਏ। ਇਸ ਦੁਤੀਆ ਤਰੀਕ ਦੇ ਵਿੱਚ ਭਗਤ ਜੀ ਸਮਝਾ ਰਹੇ ਨੇ ਕਿ ਦੁਤੀਆ ਤਰੀਕ ਤੋਂ ਇੱਕ ਗੱਲ ਸਮਝ ਲਈ ਕਿ ਆਮ ਲੋਕਾਂ ਨੇ ਰੱਬ ਨੂੰ ਵੀ ਦੋ ਹਿੱਸਿਆਂ 'ਚ ਵੰਡ ਲਿਆ ਹੈ, ਇੱਕ ਸੰਸਾਰ, ਇੱਕ ਨਿਰੰਕਾਰ, ਇੱਕ ਕਾਦਰ, ਇੱਕ ਕੁਦਰਤ। ਮਾਇਆ ਬ੍ਰਹਮ ਰਮੈ ਸਭ ਸੰਗ। ਪਰ ਇੱਥੇ ਭਾਵੇਂ ਮਾਇਆ ਹੈ ਭਾਵੇਂ ਬ੍ਰਹਮ ਹੈ, ਸਾਰੇ ਇੱਕ 'ਚ ਸਮਾਏ ਹੋਏ ਨੇ, ਦੋਨੋਂ ਇਕੱਠੇ ਹੀ ਨੇ। ਰਮੇ ਮਨੇ ਰਮੇ ਹੋਏ ਨੇ, ਇੱਕ ਮਿਕ ਨੇ, ਸਭ ਸੰਗ, ਇਹ ਦੋਨੋਂ ਨਾਲ ਹੀ ਨੇ। ਸਾਰੇ ਜੀਵ ਪ੍ਰਭੂ 'ਚ ਹੀ ਸਮਾਏ ਹੋਏ ਨੇ। ਕੁਦਰਤ ਕਾਦਰ ਤੋਂ ਵੱਖਰੀ ਨਹੀਂ ਹੈ, ਕਾਦਰ ਕੁਦਰਤ 'ਚ ਹੀ ਸਮਾਇਆ ਹੋਇਆ ਹੈ। ਬਸ ਇੱਕ ਮੇਨ ਥੀਮ ਸੀ ਇਹ ਵਿਦਾਂਤ ਮਤ ਦਾ, ਜਿਹਦੇ ਵਿੱਚ ਰੱਬ ਨੂੰ ਵੱਖਰਾ ਮੰਨਿਆ ਜਾਂਦਾ ਸੀ, ਸੰਸਾਰ ਨੂੰ ਵੱਖਰਾ, ਬ੍ਰਹਮ ਨੂੰ ਵੱਖਰਾ ਮੰਨਿਆ ਜਾਂਦਾ ਸੀ, ਮਾਇਆ ਨੂੰ ਵੱਖਰਾ ਮੰਨਿਆ ਜਾਂਦਾ ਸੀ। ਗੁਰੂ ਨਾਨਕ ਪਾਤਸ਼ਾਹ ਨੇ ਮੰਗਲਾਚਰਨ ਦੇ ਆਰੰਭਤਾ ਦੇ ਵਿੱਚ ਹੀ ਇੱਕ ਨਵੀਂ ਸੋਚ ਦੁਨੀਆ ਨੂੰ ਦੇ ਦਿੱਤੀ। ਉਹ ਸੋਚ ਸੀ ਕਰਤਾ ਪੁਰਖ। ਕਰਤਾ ਮੈਨੇ ਬਣਾਉਣ ਵਾਲਾ, ਪੁਰਖ ਮੈਨੇ ਬਣਾ ਕੇ ਵਿੱਚੇ ਸਮਾ ਜਾਣ ਵਾਲਾ। ਭਾਵ ਆਪਣੀ ਕ੍ਰਿਤ ਤੋਂ ਕਰਤਾ ਵੱਖ ਨਹੀਂ ਹੈ। ਕਾਦਰ ਕੁਦਰਤ ਵਿੱਚ ਹੀ ਸਮਾਇਆ ਹੋਇਆ ਹੈ। ਉਹ ਪਾਣੀ ਵਿੱਚ ਵੀ ਹੈ, ਧਰਤੀ ਤੇ ਵੀ ਹੈ, ਹਵਾ ਦੇ ਵਿੱਚ ਵੀ ਹੈ, ਹਰ ਥਾਂ ਤੇ ਉਹੀ ਹੈ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ। ਹਰ ਥਾਂ ਤੇ ਉਹੀ ਹੈ। ਈਬੈ ਬਿਠਲ ਉਬੈ ਬਿਠਲ, ਬਿਠਲ ਬਿਨ ਸੰਸਾਰ ਨਹੀਂ। ਥਾਨ ਥਨੰਤਰ ਨਾਮਾ ਪ੍ਰਣਮੈ, ਪੂਰੇ ਹੋ ਤੂੰ ਸਰਬ ਮਹੀ। ਸਾਰਿਆਂ ਵਿੱਚ ਉਹ ਆਪ ਹੀ ਹੈ, ਪ੍ਰਭੂ ਤੋਂ ਬਿਨਾਂ ਕੌਣ ਹੈ? ਆ ਭੁਲੇਖਾ ਗੁਰੂ ਸਾਹਿਬ ਨੇ ਦੁਨੀਆ ਦਾ ਦੂਰ ਕਰ ਦਿੱਤਾ। ਗੁਰੂ ਨਾਨਕ ਪਾਤਸ਼ਾਹ ਨੇ ਕਰਤਾ ਪੁਰਖ ਕਹਿ ਕੇ ਮਾਇਆ ਤੇ ਬ੍ਰਹਮ ਇੱਕ ਕਰ ਦਿੱਤੇ। ਇੱਕ ਓੰਕਾਰ ਕਹਿ ਕੇ ਮਾਇਆ ਤੇ ਬ੍ਰਹਮ ਇੱਕ ਕਰ ਦਿੱਤੇ। ਉਹ ਇੱਕ ਵੀ ਹੈ, ਕਾਰ ਮੈਨੇ ਸਮਾਇਆ ਹੋਇਆ ਹੈ। ਸਾਰਿਆਂ ਚ ਉਹ ਇੱਕ ਹੀ ਹੈ। ਏਕੇ ਦਾ ਹੀ ਪਸਾਰਾ ਹੈ ਸਾਰਾ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆਓ। ਤੇ ਉਹੀ ਜਿਹੜਾ ਪਸਾਰਾ ਹੈ, ਜਦੋਂ ਪ੍ਰਭੂ ਚਾਹੁੰਦਾ ਹੈ, ਉਹ ਸਾਰਾ ਪਸਾਰਾ ਫਿਰ ਇੱਕ ਚ ਸਮਾ ਜਾਂਦਾ ਹੈ। ਕਈ ਵਾਰ ਪਸਰਿਓ ਪਸਾਰ, ਸਦਾ ਸਦਾ ਇੱਕ ਏਕੰਕਾਰ, ਉਹ ਫਿਰ ਇੱਕ ਹੋ ਜਾਂਦਾ ਹੈ। ਮਾਇਆ ਬ੍ਰਹਮ ਰਮੈ ਸਭ ਸੰਗ। ਇਹ ਸਿਰਫ ਸਾਡੀ ਸੋਚ ਹੈ। ਸਾਡੀ ਸੋਚ ਚ ਦਵੈਤ ਹੈ, ਸਾਡੀ ਦਵੈਤ ਵਾਲੀ ਸੋਚ ਹੈ। ਅਸੀਂ ਦੁਨੀਆ ਨੂੰ ਵੱਖਰਾ ਜਾਣਿਆ, ਉਸ ਪ੍ਰਭੂ ਨੂੰ ਵੱਖਰਾ ਜਾਣਿਆ, ਕਾਦਰ ਨੂੰ ਵੱਖਰਾ ਸਮਝਿਆ, ਕੁਦਰਤ ਨੂੰ ਵੱਖਰਾ ਸਮਝਿਆ। ਕਿਤੇ ਨਾ ਕਿਤੇ ਸਾਡੀ ਸੋਚ ਚ ਜਦੋਂ ਦਵੈਤ ਪੈਦਾ ਹੋ ਜਾਂਦੀ ਹੈ, ਉਦੋਂ ਅਸੀਂ ਰੱਬ ਨੂੰ ਆਪਣੇ ਤੋਂ ਵੱਖਰਾ ਕਰ ਲੈਂਦੇ ਹਾਂ। ਆਪਣੀਆਂ ਸੀਮਤ ਸੋਚ ਦੀਆਂ ਐਨਕਾਂ ਲਾ ਕੇ ਦੇਖੋ। ਸਾਡੀ ਸੋਚ ਸੀਮਤ ਹੋਏਗੀ ਤੇ ਸਾਨੂੰ ਉਹ ਰੱਬ ਵੱਖ ਨਜ਼ਰ ਆਏਗਾ। ਪਰ ਉਸ ਸੀਮਤ ਸੋਚ ਨੂੰ ਦੂਰ ਕਰਕੇ ਦੇਖਾਂਗੇ, ਇੱਥੇ ਦੋ ਕੁਝ ਵੀ ਨਹੀਂ ਹੈ, ਸਾਰਾ ਕੁਝ ਇੱਕ ਹੀ ਹੈ। ਇੱਥੇ ਦੋ ਹੈ ਹੀ ਨਹੀਂ, ਇੱਥੇ ਹੈ ਹੀ ਇੱਕ। ਉਦਾਹਰਨ ਲੈ ਲਈਏ, ਜਦੋਂ ਇਹ ਸੰਸਾਰ ਨਹੀਂ ਸੀ ਬਣਿਆ, ਉਦੋਂ ਕੀ ਸੀ ਪਿੱਛੇ? ਜਦੋਂ ਸੂਰਜ, ਚੰਦਰਮਾ, ਆਕਾਸ਼, ਧਰਤੀ ਆਦਿਕ ਨਹੀਂ ਸਨ, ਉਦੋਂ ਕੀ ਸੀ? ਉਦੋਂ ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਨਾ ਦਿਨ ਰੈਣ, ਨਾ ਚੰਦ, ਨਾ ਸੂਰਜ, ਸੁਨ ਸਮਾਦ ਲਗਾਏਗਾ। ਉਸ ਤੋਂ ਬਾਅਦ ਕੀ ਹੋਇਆ? ਇਹੀ ਸੁਨ ਸਮਾਦ ਜਿਹੜਾ ਸੀ, ਨਿਰਗੁਣ ਰੂਪ ਜਿਹੜਾ ਸੀ, ਉਹਨੇ ਆਕਾਰ ਲੈ ਲਿਆ। ਗੁਰੂ ਜੀ ਆਖਦੇ ਨੇ, ਨਿਰੰਕਾਰ ਆਕਾਰ ਉਪਾਇਆ, ਮਾਇਆ ਮੋਹ ਹੁਕਮ ਬਣਾਇਆ, ਆਪੇ ਖੇਲ ਕਰੇ ਸਭ ਕਰਤਾ, ਸੁਣ ਸਾਚਾ ਮਨ ਵਸਾਏਗਾ। ਉਹ ਆਪ ਪ੍ਰਭੂ ਆਕਾਰ ਲੈ ਕੇ ਬੈਠ ਗਿਆ। ਅਵਿਗਤੋ ਨਿਰਮਾਇਲ ਉਪਜੇ, ਨਿਰਗੁਣ ਤੇ ਸਰਗੁਣ ਥੀਆ। ਥੀਆ ਮੈਨੇ ਹੋ ਗਿਆ। ਨਿਰਗੁਣ ਤੋਂ ਆਪ ਸਰਗੁਣ ਹੋਇਆ ਹੈ। ਉਹਨੇ ਸਰਗੁਣ ਬਣਾਇਆ ਨਹੀਂ, ਆਪ ਸਰਗੁਣ ਹੋ ਗਿਆ। ਆਪ ਹੀ ਸੰਸਾਰ ਦਾ ਰੂਪ ਹੋ ਗਿਆ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ,
आपे जाल मड़कड़ा, आपे अंदर लाल, आपे बहु बिदरंगला, सखिए मेरा लाल, नित लवै सुहागणी, देख हमारा हाल। वो आप ही है, आप ही आप है। गुरु रामदास पातशाह आखदे ने कि है प्रभु तू हर थां ते आप ही आप है। जिधर देखदा हां तू घट घट अंतर, सर्व निरंतर, हर एक को पुरख समाना। हर हिरदे दे अंदर एक पुरख ही समाया होया है, एक रब ही रमिया होया है। अगली तुक एक दाते एक भिखारी जी सब तेरे चोस विडाणा। ਅਸੀਂ ਸੋਚਦੇ ਸਾਂ ਵੀ ਇੱਕ ਭਿਖਾਰੀ ਹੈ, ਇੱਕ ਦਾਤਾ ਬਣਿਆ ਹੋਇਆ ਹੈ, ਕਿੰਨੇ ਤੇਰੇ ਅਦਭੁਤ ਕੌਤਕ ਨੇ, ਚੋਜ਼ ਨੇ, ਪਰ ਹੁਣ ਸਮਝ ਆਈ ਤੂੰ ਆਪੇ ਦਾਤਾ, ਆਪੇ ਭੁਗਤਾ ਜੀ, ਹਾਂ ਤੁਤ ਬਿਨ ਅਵਰ ਨਾ ਜਾਣਾ। ਤੂੰ ਹੀ ਦਾਤਾ ਹੈ, ਤੂੰ ਹੀ ਭੁਗਤ ਹੈ, ਤੇਰੇ ਤੋਂ ਬਿਨਾ ਮੈਂ ਕਿਸੇ ਹੋਰ ਨੂੰ ਜਾਣਦਾ ਹੀ ਨਹੀਂ ਹਾਂ, ਤੂੰ ਹੀ ਤੇ ਹੈ ਸਭ ਪਾਸੇ, ਤੇਰੇ ਤੋਂ ਬਿਨਾ ਕੌਣ। ਅਸੀਂ ਰੱਬ ਨੂੰ ਤੇ ਸੰਸਾਰ ਨੂੰ ਅਲੱਗ-ਅਲੱਗ ਸਮਝੀਏ। ਭਗਤ ਕਬੀਰ ਜੀ ਆਖਦੇ ਨੇ ਇਹ ਸਾਡੀ ਦਵੈਤ ਵਾਲੀ ਸੋਚ ਹੈ, ਜਿਹਨੇ ਦੋ ਟੁਕੜੇ ਕਰ ਦਿੱਤੇ। ਆਪਣੀ ਸੀਮਤ ਸੋਚ ਨੂੰ ਪਰੇ ਕਰ ਦਿਓ, ਆਪਣੀ ਦਵੈਤ ਨੂੰ ਪਰੇ ਕਰਕੇ ਦੇਖੋ, ਇੱਕ ਪ੍ਰਭੂ ਹੀ ਹੈ। ਮਾਇਆ ਬ੍ਰਹਮ ਰਮੈ ਸਭ ਸੰਗ। ਮਾਇਆ ਤੇ ਬ੍ਰਹਮ ਇੱਕੋ ਹੀ ਸਮਾਏ ਹੋਏ ਨੇ, ਭਾਵੇਂ ਇੱਕ ਦੂਜੇ ਚ ਹੀ ਸਮਾਏ ਹੋਏ ਨੇ। ਸਾਰੇ ਜੀਵ ਉਸ ਮਾਇਆ ਤੇ ਬ੍ਰਹਮ ਵਿੱਚ ਹੀ ਸਮਾਏ ਹੋਏ ਨੇ। ਮਾਇਆ ਵੱਖਰੀ ਤੇ ਬ੍ਰਹਮ ਵੱਖਰਾ ਨਹੀਂ ਹੈ। ਉਦਾਹਰਨ ਦੇ ਤੌਰ ਤੇ ਮਾਇਆ ਵੱਖਰੀ ਹੈ, ਬ੍ਰਹਮ ਵੱਖਰਾ ਹੈ, ਤੇ ਮਾਇਆ ਕਿੱਥੇ ਰਹਿੰਦੀ ਹੋਏਗੀ? ਜੇ ਮਾਇਆ ਕਿਸੇ ਵੱਖਰੀ ਥਾਂ ਤੇ ਰਹਿੰਦੀ ਹੈ, ਫਿਰ ਬ੍ਰਹਮ ਕਿੱਥੇ ਰਹਿੰਦਾ ਹੋਏਗਾ? ਜੇ ਬ੍ਰਹਮ ਸਰਵ ਵਿਆਪਕ ਹੈ ਤੇ ਮਾਇਆ ਕਿੱਥੇ ਰਹੇਗੀ? ਫਿਰ ਜੇ ਮਾਇਆ ਵੱਖਰੀ ਥਾਂ ਤੇ ਰਹਿੰਦੀ ਹੈ, ਫਿਰ ਬ੍ਰਹਮ ਸਰਵ ਵਿਆਪਕ ਨਹੀਂ ਰਿਹਾ। ਫਿਰ ਉਸ ਥਾਂ ਤੇ ਬ੍ਰਹਮ ਨਹੀਂ ਹੈ ਜਿੱਥੇ ਮਾਇਆ ਹੈ, ਫਿਰ ਉਸ ਥਾਂ ਤੇ ਰੱਬ ਨਹੀਂ ਹੈ ਜਿੱਥੇ ਮਾਇਆ ਦਾ ਵਾਸ ਹੈ। ਮਾਇਆ ਦਾ ਨਿਵਾਸ ਕਿੱਥੇ ਹੈ? ਮਾਇਆ ਦਾ ਨਿਵਾਸ ਕਿਤੇ ਨਹੀਂ। ਜਿਵੇਂ ਸਨਾਤਨ ਮਤ ਨੇ ਮੰਨਿਆ ਨਾ ਬ੍ਰਹਮ ਵੱਖਰਾ ਹੈ ਤੇ ਬ੍ਰਹਮ ਦੇ ਮੁਕਾਬਲੇ ਇੱਕ ਹੋਰ ਸ਼ਕਤੀ ਪੈਰਲਲ ਖੜੀ ਕਰ ਦਿੱਤੀ, ਇਹ ਮਾਇਆ ਹੈ। ਜਿਵੇਂ ਵੈਸਟਰਨ ਕੰਟਰੀਜ਼ ਦੇ ਵਿੱਚ ਗੋਡ ਨੂੰ ਵੱਖਰਾ ਕਰ ਦਿੱਤਾ, ਸ਼ੈਤਾਨ ਨੂੰ ਵੱਖਰਾ ਕਰ ਦਿੱਤਾ, ਉਹ ਵੀ ਇੱਕ ਰੱਬ ਦੇ ਪੈਰਲਲ ਇੱਕ ਸ਼ਕਤੀ ਹੋ ਗਈ। ਗੁਰਮਤਿ ਨੇ ਇਸ ਸ਼ੈਤਾਨ ਨੂੰ ਜਾਂ ਇਸ ਮਾਇਆ ਨੂੰ ਰੱਬ ਦੇ ਬਰਾਬਰ ਕੋਈ ਸ਼ਕਤੀ ਨਹੀਂ ਮੰਨਿਆ, ਬਲਕਿ ਗੁਰਮਤਿ ਨੇ ਮਾਇਆ ਨੂੰ ਇੱਕ ਸੋਚ ਦਾ ਨਾਮ ਦੇ ਦਿੱਤਾ। ਮਾਇਆ ਉਹ ਸੋਚ ਹੈ ਜਿਸ ਸੋਚ ਦੇ ਕਰਕੇ ਸਾਨੂੰ ਰੱਬ ਭੁੱਲਿਆ ਰਹਿੰਦਾ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਹੈ ਮਾਇਆ ਜਦੋਂ ਰੱਬ ਭੁੱਲ ਜਾਂਦਾ ਹੈ। ਉਹ ਸੋਚ ਜਿਹੜੀ ਸਾਨੂੰ ਦਵੈਤ ਵਿੱਚ ਲੈ ਜਾਂਦੀ ਹੈ, ਉਹ ਸੋਚ ਜਿਹੜੀ ਆਪਣੇ ਤੇ ਬੇਗਾਨੇ ਦੇ ਵਿੱਚ ਲਕੀਰ ਖੜੀ ਕਰ ਦਿੰਦੀ ਹੈ, ਉਹ ਸੋਚ ਜਿਹੜੀ ਦੁਸ਼ਮਣ ਤੇ ਮਿੱਤਰ ਨੂੰ ਪੈਦਾ ਕਰਦੀ ਹੈ, ਉਹ ਸੋਚ ਜਿਹੜੀ ਆਪਣੇ ਤੇ ਬੇਗਾਨੇ ਦਾ ਅਹਿਸਾਸ ਕਰਾ ਦਿੰਦੀ ਹੈ, ਉਸ ਸੋਚ ਦਾ ਨਾਮ ਹੈ ਮਾਇਆ। ਇਹ ਮਾਇਆ ਜਿਤ ਹਰ ਵਿਸਰੈ, ਉਹ ਸੋਚ ਜਿਹਦੇ ਨਾਲ ਸਾਨੂੰ ਦੂਜੇ ਚ ਵਸਦਾ ਰੱਬ ਭੁੱਲ ਜਾਂਦਾ ਹੈ। ਮੋਹ ਉਪਜੈ, ਫਿਰ ਮੋਹ ਪੈਦਾ ਹੁੰਦਾ ਹੈ, ਇਹ ਮੇਰੇ ਆਪਣੇ ਬੱਚੇ ਨੇ, ਉਹ ਤੇ ਗਵਾਂਢੀਆਂ ਦਾ ਹੈ। ਭਾਉ ਦੂਜਾ ਲਾਇਆ, ਦਵੈਸ਼ ਪਿਆਰ ਪੈਦਾ ਹੋ ਜਾਂਦਾ ਹੈ, ਇਹ ਮਿੱਤਰ ਹੈ ਤੇ ਉਹ ਦੁਸ਼ਮਣ ਹੈ, ਇਹ ਊਚ ਹੈ ਇਹ ਨੀਚ ਹੈ, ਇਹ ਅਮੀਰ ਹੈ ਇਹ ਗਰੀਬ ਹੈ, ਇਹ ਚੋਰ ਹੈ ਇਹ ਸਾਧ ਹੈ। ਜਿੱਥੇ ਆ ਦਵੈਤ ਵਾਲੀ ਸੋਚ ਪੈਦਾ ਹੁੰਦੀ ਹੈ, ਉਸ ਸੋਚ ਦਾ ਨਾਮ ਮਾਇਆ ਹੈ। ਰੱਬ ਦੇ ਬਰਾਬਰ ਕੋਈ ਸ਼ਕਤੀ ਨਹੀਂ। ਸਾਡੀ ਉਹ ਸੋਚ ਜਿਹੜੀ ਸਾਨੂੰ ਰੱਬ ਨਾਲੋਂ ਤੋੜ ਦਿੰਦੀ ਹੈ, ਦਵੈਤ ਖੜੀ ਕਰ ਦਿੰਦੀ ਹੈ, ਉਸ ਸੋਚ ਦਾ ਨਾਮ ਮਾਇਆ ਹੈ। ਜਿਸ ਮਾਇਆ ਦੀ ਗੱਲ ਸਨਾਤਨ ਨੇ ਕੀਤੀ, ਗੁਰੂ ਜੀ ਕਹਿਣ ਲੱਗੇ ਏਦਾਂ ਦੀ ਕੋਈ ਮਾਇਆ ਨਹੀਂ ਕਿ ਰੱਬ ਤੋਂ ਵੱਖਰਾ ਸੰਸਾਰ, ਰੱਬ ਵੱਖਰਾ। ਇੱਥੇ ਤੇ ਮਾਇਆ ਬ੍ਰਹਮ ਇੱਕੋ ਦੇ ਵਿੱਚ ਹੀ ਸਾਰੇ ਜੀਵ ਰਮੇ ਹੋਏ ਨੇ। ਭਾਵ ਪ੍ਰਭੂ ਤੇ ਪ੍ਰਭੂ ਦਾ ਸੰਸਾਰ ਇੱਕ ਦੂਜੇ ਤੋਂ ਅਲੱਗ ਨਹੀਂ ਹਨ, ਇੱਕ ਦੂਜੇ ਵਿੱਚ ਹੀ ਸਮਾਏ ਹੋਏ ਹਨ। ਆਮ ਮਨੁੱਖ ਦੋ ਸਮਝੀ ਬੈਠਾ ਹੈ, ਮਾਇਆ ਤੇ ਬ੍ਰਹਮ ਅਲੱਗ-ਅਲੱਗ ਨੇ, ਪਰ ਇਹ ਬ੍ਰਹਮ ਮਾਇਆ ਵਿੱਚ ਹੀ ਵਸ ਰਿਹਾ ਹੈ, ਇਹ ਕਾਦਰ ਕੁਦਰਤ ਵਿੱਚ ਹੀ ਵਸ ਰਿਹਾ ਹੈ, ਇਹ ਨਿਰੰਕਾਰ ਸੰਸਾਰ ਵਿੱਚ ਹੀ ਵਸ ਰਿਹਾ ਹੈ, ਉਹਦੇ ਤੋਂ ਵੱਖਰਾ ਨਹੀਂ ਹੈ। ਨਾ ਉਹ ਵੱਢੈ ਨਾ ਘਟਤਾ ਜਾਏ। ਉਹ ਪ੍ਰਭੂ ਜਿਹੜਾ ਜੋ ਕੁਲ ਰਹਿਤ ਜਿਹੜਾ ਹਰੀ ਦੇ ਪਿਆਰ ਵਿੱਚ ਹੈ, ਉਹ ਨਾ ਤੇ ਵੱਧਦਾ ਹੈ ਨਾ ਘਟਦਾ ਹੈ। ਜਿਹੜਾ ਹਰੀ ਦੇ ਪਿਆਰ ਵਿੱਚ ਹੈ, ਉਹ ਮਨੁੱਖ, ਉਹ ਰੱਬੀ ਪਿਆਰਾ ਜਿਹੜਾ ਪ੍ਰਭੂ ਦੇ ਪਿਆਰ ਵਿੱਚ ਜੁੜ ਗਿਆ, ਉਹਨੂੰ ਘਟਦਾ ਵੱਧਦਾ ਨਹੀਂ, ਇੱਕ ਸਮਾਨ ਹੋ ਗਿਆ। ਨਾ ਉਹ ਵੱਢੈ ਨਾ ਘਟਤਾ ਜਾਏ, ਭਾਵ ਉਹ ਨਾ ਵੱਧਦਾ ਹੈ ਨਾ ਘਟਦਾ ਹੈ। ਦੂਸਰਾ ਇਹਦਾ ਅਰਥ ਕਿ ਪ੍ਰਭੂ ਜਿਹੜਾ ਹੈ ਉਹ ਨਾ ਵੱਧਦਾ ਹੈ ਨਾ ਘਟਦਾ ਹੈ, ਇੱਕੋ ਜਿਹਾ ਹੀ ਰਹਿੰਦਾ ਹੈ। ਉਹ ਇੱਕ ਦਾ ਹੀ ਪਸਾਰਾ ਸੰਸਾਰ ਹੋ ਜਾਂਦਾ ਹੈ, ਉਹ ਉਹੀ ਪਸਾਰਾ ਫਿਰ ਇੱਕ ਚ ਸਮਾ ਜਾਂਦਾ ਹੈ। ਪਰ ਇਹ ਨਹੀਂ ਕਿ ਕੁਝ ਰੱਬ ਦੀ ਜ਼ਿਆਦਾ ਸਿਫਤ ਕਰੇ ਤੇ ਉਹ ਵੱਧ ਜਾਏਗਾ, ਕੋਈ ਘੱਟ ਸਿਫਤ ਕਰੇ ਤੇ ਘਟ ਜਾਏਗਾ। ਇੱਕ ਆਮ ਤੌਰ ਤੇ ਇਹ ਵੀ ਅਰਥ ਹੁੰਦਾ ਹੈ, ਪਰ ਆਹ ਅਰਥ ਜ਼ਿਆਦਾ ਗੁਰਮਤਿ ਸਿਧਾਂਤ ਦੇ ਨੇੜੇ ਪੈਂਦਾ ਹੈ। ਉਹ ਕਿਹੜਾ?
ਨਾ ਉਹ ਵਧੇ ਨਾ ਘਟਦਾ ਜਾਏ। ਜਦੋਂ ਕਿ ਰੱਬੀ ਪਿਆਰ ਵਿੱਚ ਪੈ ਜਾਂਦਾ ਹੈ ਤੇ ਉਹ ਰੱਬੀ ਪਿਆਰ ਵਿੱਚ ਪੈ ਕੇ ਨਾ ਤੇ ਵੱਧਦਾ ਹੈ, ਸੁਪੀਰੀਅਰਿਟੀ ਕੰਪਲੈਕਸ ਵਿੱਚ ਜਾਂਦਾ ਹੈ, ਨਾ ਉਹ ਘਟਦਾ ਹੈ, ਇਨਫੀਰੀਅਰਿਟੀ ਕੰਪਲੈਕਸ ਵਿੱਚ ਵੀ ਨਹੀਂ ਜਾਂਦਾ। ਜਿਹਦੇ ਅੰਦਰ ਰੱਬ ਵਸ ਜਾਏਗਾ ਨਾ ਤੇ ਹੰਕਾਰ ਚ ਵਧੇਗਾ, ਨਾ ਹੀਨ ਭਾਵਨਾ ਚ ਘਟੇਗਾ, ਨਾ ਤੇ ਉਹਦਾ ਕਿਸੇ ਲਈ ਜ਼ਿਆਦਾ ਪਿਆਰ ਹੋਏਗਾ ਤੇ ਨਾ ਉਹ ਕਿਸੇ ਲਈ ਉਹਦਾ ਘੱਟ ਪਿਆਰ ਹੋਏਗਾ। ਉਹਦਾ ਪਿਆਰ ਸਾਰੇ ਲਈ ਬਰਾਬਰ ਹੋਏਗਾ। ਉਹ ਇਹ ਨਹੀਂ ਵੀ ਇੱਕ ਨਾਲ ਤੇ ਪਿਆਰ ਕਰ ਰਿਹਾ ਹੈ, ਦੂਜੇ ਨਾਲ ਈਰਖਾ ਕਰ ਰਿਹਾ ਹੈ। ਇਸ ਤਰ੍ਹਾਂ ਨਹੀਂ ਹੋਏਗਾ। ਉਹ ਇਸ ਤਰ੍ਹਾਂ ਨਹੀਂ ਕਿ ਜਾਂ ਤੇ ਬਿਲਕੁਲ ਹੰਕਾਰ ਚ ਪੈ ਜਾਏਗਾ, ਮੈਂ ਹੀ ਰੱਬ ਹੋ ਗਿਆ, ਤੇ ਜਾਂ ਬਿਲਕੁਲ ਹੀ ਇਨਫੀਰੀਅਰਿਟੀ ਕੰਪਲੈਕਸ ਵਿੱਚ ਆ ਜਾਏ, ਮੈਂ ਤੇ ਕੁਝ ਵੀ ਨਹੀਂ ਕਰ ਸਕਦਾ। ਨਹੀਂ, ਉਹ ਬਰਾਬਰ ਰਹੇਗਾ। ਉਹਨੂੰ ਪਤਾ ਕਿ ਰੱਬੀ ਨਿਯਮਾਂ ਵਿੱਚ ਚੱਲਣਾ ਹੈ, ਨਾ ਤੇ ਹੰਕਾਰੀ ਬਣਨਾ ਹੈ ਤੇ ਨਾ ਜ਼ਮੀਨ ਤੇ ਡਿੱਗਣਾ ਹੈ, ਇੱਕ ਸਮਾਨ ਰਹਿਣਾ ਹੈ। ਫਿਰ ਉਹ ਆਪਣੇ ਜੀਵਨ ਦੇ ਵਿੱਚ ਐਸਾ ਮਨੁੱਖ ਘਟਦਾ ਵੱਧਦਾ ਨਹੀਂ ਹੈ, ਨਾ ਤੇ ਸੁਪੀਰੀਅਰਿਟੀ ਕੰਪਲੈਕਸ ਵਿੱਚ ਜਾਂਦਾ ਹੈ, ਹੰਕਾਰ ਵਿੱਚ ਪੈਂਦਾ ਹੈ ਕਿ ਮੈਂ ਹੀ ਦੁਨੀਆ ਤੇ ਸਭ ਤੋਂ ਵੱਧ ਸਿਆਣਾ, ਮੈਂ ਹੀ ਭਗਵਾਨ ਹਾਂ, ਮੈਂ ਹੀ ਰੱਬ ਹਾਂ, ਮੈਂ ਹੀ ਮਹਾਨ ਹਾਂ। ਤੇ ਨਾ ਇਨਫੀਰੀਅਰਿਟੀ ਕੰਪਲੈਕਸ ਵਿੱਚ ਜਾਂਦਾ ਹੈ ਕਿ ਮੈਂ ਤੇ ਕੁਝ ਵੀ ਨਹੀਂ ਆ, ਮੈਂ ਤੇ ਕੁਝ ਵੀ ਨਹੀਂ ਕਰ ਸਕਦਾ। ਹੱਥ ਤੇ ਹੱਥ ਰੱਖ ਕੇ ਨਹੀਂ ਬੈਠਾ ਰਹਿੰਦਾ ਕਿ ਜੋ ਹੋਏਗਾ ਦੇਖੀ ਜਾਏਗਾ। ਉਹ ਉਦਮ ਕਰਦਾ ਹੈ, ਰੱਬੀ ਨਿਯਮਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਗੁਜ਼ਾਰਦਾ ਹੈ। ਨਾ ਤੇ ਕਿਸੇ ਲਈ ਉਹਦਾ ਜ਼ਿਆਦਾ ਪਿਆਰ ਹੁੰਦਾ ਹੈ, ਨਾ ਉਹਦੇ ਲਈ ਕਿਸੇ ਦੇ ਅੰਦਰ ਘੱਟ ਪਿਆਰ ਹੁੰਦਾ ਹੈ, ਨਾ ਕਿਸੇ ਵਾਸਤੇ ਉਹਦੇ ਅੰਦਰ ਈਰਖਾ ਹੁੰਦੀ ਹੈ, ਨਾ ਕਿਸੇ ਲਈ ਨਿੰਦਾ। ਉਹਦਾ ਜੀਵਨ ਸਮ ਹੋ ਗਿਆ। ਉਹ ਸਾਰਿਆਂ ਵਿੱਚ ਇੱਕ ਸਮਾਨ ਰੱਬ ਨੂੰ ਦੇਖਦਾ ਹੈ। ਇਹ ਨਹੀਂ ਵੀ ਆਪਣੇ ਬੱਚਿਆਂ ਨੂੰ ਤੇ ਜ਼ਿਆਦਾ ਪਿਆਰ ਕਰਦਾ ਹੈ, ਗੁਆਂਢੀ ਦੇ ਬੱਚਿਆਂ ਨੂੰ ਘੱਟ ਪਿਆਰ ਕਰਦਾ ਹੈ। ਉਹ ਘਟਦਾ ਵੱਧਦਾ ਨਹੀਂ ਹੈ। ਉਹਦਾ ਸੁਭਾਅ ਇੱਕ ਸਮ ਰਹਿੰਦਾ ਹੈ, ਸਾਰਿਆਂ ਨਾਲ ਬਰਾਬਰ ਦਾ ਵਿਹਾਰ ਕਰਦਾ ਹੈ। ਭਾਵੇਂ ਉਹਦੇ ਸਾਹਮਣੇ ਉਹਦਾ ਮਿੱਤਰ ਆ ਜਾਏ, ਭਾਵੇਂ ਉਹਦੇ ਸਾਹਮਣੇ ਉਹਦਾ ਦੁਸ਼ਮਣ ਆ ਜਾਏ, ਉਹ ਸਾਰਿਆਂ ਵਿੱਚ ਰੱਬ ਦੇਖਣ ਲੱਗ ਜਾਂਦਾ ਹੈ। ਉਹਦੀ ਅਵਸਥਾ ਭਾਈ ਕਨ੍ਹਈਆ ਜੀ ਵਾਲੀ ਹੋ ਜਾਂਦੀ ਹੈ। ਅਕੁੱਲ ਨਿਰੰਜਨ ਏਕੈ ਭਾਏ, ਉਸ ਪ੍ਰਭੂ ਦੇ ਪ੍ਰੇਮ ਦੇ ਵਿੱਚ ਜਿਹੜਾ ਅਕੁੱਲ ਹੈ, ਜਿਹਦੀ ਕੁੱਲ ਕੋਈ ਖਾਸ ਨਹੀਂ, ਸਾਰਾ ਸੰਸਾਰ ਜਿਹਦਾ ਪਰਿਵਾਰ ਹੈ, ਐਸਾ ਮਨੁੱਖ ਉਸ ਅਕੁੱਲ ਪ੍ਰਭੂ ਨਾਲ ਜੁੜ ਕੇ ਪੂਰੇ ਸੰਸਾਰ ਨੂੰ ਪਰਿਵਾਰ ਸਮਝਦਾ ਹੈ। ਉਹ ਵੀ ਆਪਣੇ ਕੁਲਾਂ ਦੇ ਮੋਹ ਨੂੰ ਤਿਆਗ ਦਿੰਦਾ ਹੈ। ਉਹ ਵੀ ਸਾਰੇ ਸੰਸਾਰ ਦੇ ਪਰਿਵਾਰ ਦੇ ਪ੍ਰਤੀ ਪ੍ਰੇਮ ਪ੍ਰਗਟ ਕਰਦਾ ਹੈ। ਉਹਨੂੰ ਸਮਝ ਲੱਗ ਜਾਂਦੀ ਹੈ ਪ੍ਰਭੂ ਨਿਰੰਜਨ ਹੈ, ਮਾਇਆ ਦੀ ਕਾਲਖ ਤੋਂ ਪਰੇ ਹੈ। ਇਸ ਤਰ੍ਹਾਂ ਉਹ ਸੰਸਾਰ ਦੇ ਵਿੱਚ ਰਹਿੰਦੇ ਆ ਗੁਰਮੁਖ ਵੀ ਨਿਰੰਜਨ ਬਣ ਕੇ, ਨਿਰਲੇਪ ਬਣ ਕੇ ਵਿਚਰਦਾ ਹੈ। ਇਹ ਕਹਿ ਭਾਏ, ਉਹਦਾ ਇੱਕ ਐਸੇ ਰੱਬ ਨਾਲ ਪਿਆਰ ਹੈ ਜਿਹੜਾ ਅਕੁੱਲ ਹੈ ਤੇ ਨਿਰੰਜਨ ਹੈ। ਉਸ ਇੱਕ ਰੱਬ ਦੇ ਪਿਆਰ ਦੇ ਨਾਲ ਉਹ ਸਾਂਝ ਪਾ ਲੈਂਦਾ ਹੈ। ਇੱਕ ਪਿਆਰ ਰੱਬ ਦੇ ਨਾਲ ਹੀ ਉਹਦੀ ਸਾਂਝ ਬਣ ਜਾਂਦੀ ਹੈ, ਇੱਕ ਰੱਬ ਦੇ ਨਾਲ ਹੀ ਉਹ ਜੁੜ ਜਾਂਦਾ ਹੈ। ਤ੍ਰਿਤੀਆ ਤੀਨੇ ਸਮ ਕਰ ਲਿਆਵੇ, ਤ੍ਰਿਤੀਆ ਮਨੇ ਮੱਸਿਆ ਤੋਂ ਤੀਜਾ ਦਿਨ, 3 ਤਰੀਕ। ਹੁਣ ਉਹ ਕੀ ਕਰਦਾ ਹੈ? ਤੀਨੇ ਸਮ ਕਰ ਲਿਆਵੇ, ਤਿੰਨਾਂ ਗੁਣਾਂ ਨੂੰ ਬਰਾਬਰ ਕਰ ਲੈਂਦਾ ਹੈ, ਤਿੰਨਾਂ ਗੁਣਾਂ ਨੂੰ ਇੱਕੋ ਜਿਹਾ ਕਰ ਲੈਂਦਾ ਹੈ। ਭਾਵ ਤਿੰਨਾਂ ਗੁਣਾਂ ਤੋਂ ਉੱਚਾ ਉੱਠ ਜਾਂਦਾ ਹੈ। ਵੈਸੇ ਤ੍ਰਿਗੁਣ ਦੇ ਵਿਚਾਰ ਅਸੀਂ ਪਿਛਲੇ ਕਰ ਚੁੱਕੇ ਹਾਂ, ਪਰ ਸੰਖੇਪ ਦੇ ਵਿੱਚ ਰਜੋ ਤਮੋ ਸਤੋ ਨੂੰ ਉਹ ਬੈਲੈਂਸ ਵਿੱਚ ਕਰ ਲੈਂਦਾ ਹੈ, ਸਾਵੇਂ ਰੱਖਦਾ, ਇਹਨਾਂ ਚ ਡੋਲਦਾ ਨਹੀਂ। ਆਮ ਤੌਰ ਤੇ ਰਜੋ ਗੁਣ ਜਿਹੜਾ ਹੁੰਦਾ ਹੈ ਉਹਦੇ ਵਿੱਚ ਦੌੜ, ਕੰਮ ਹੀ ਕੰਮ, ਕੰਮ ਹੀ ਕੰਮ। ਤਮੋ ਗੁਣ ਆਲਸ, ਕੋਈ ਕੰਮ ਨਹੀਂ, ਕੋਈ ਕੰਮ ਨਹੀਂ। ਸਤੋ ਕੰਮ ਵੀ ਕਰਨੇ ਨੇ, ਆਰਾਮ ਵੀ ਕਰਨਾ ਹੈ, ਬੈਲੈਂਸ। ਇੱਕ ਚੌਥਾ ਗੁਣ ਹੈ, ਚੌਥੇ ਗੁਣ ਵਿੱਚ ਗੁਰੂ ਗਿਆਨ ਦਿੰਦਾ ਵੀ ਕਿਹੜਾ ਕੰਮ ਕਰਨਾ ਤੇ ਕਿਹੜਾ ਨਹੀਂ ਕਰਨਾ। ਉਦਾਹਰਨ ਦੇ ਤੌਰ ਤੇ ਬੂਟਾ ਲਗਾਣਾ ਰਜੋ ਗੁਣ ਹੈ, ਬੂਟਾ ਪੁੱਟ ਦੇਣਾ ਉਹ ਤਮੋ ਗੁਣ ਹੈ, ਪਰ ਬੂਟੇ ਦੀ ਸੰਭਾਲ ਕਰਨੀ, ਪਾਣੀ ਦੇਣਾ, ਗੋਡੀ ਕਰਨੀ, ਇਹ ਸਤੋ ਗੁਣ ਹੈ। ਹੁਣ ਇਹ ਤੇ ਹੋਵੇ ਸਤੋ ਗੁਣ, ਬੂਟੇ ਦੀ ਸੰਭਾਲ ਵੀ ਕਰੇ, ਬੂਟੇ ਨੂੰ ਪੱਟੇ ਵੀ, ਬੂਟੇ ਨੂੰ ਲਗਾਏ ਵੀ, ਰਜੋ ਗੁਣ ਵੀ, ਤਮੋ ਵੀ, ਸਤੋ ਵੀ, ਪਰ ਇਹ ਨਾ ਪਤਾ ਹੋਵੇ ਵੀ ਕਿਹੜਾ ਬੂਟਾ ਲਗਾਣਾ ਤੇ ਕਿਹੜਾ ਪੁੱਟਣਾ ਹੈ। ਫਿਰ ਗੁਰੂ ਦਾ ਗਿਆਨ ਦੱਸਦਾ ਹੈ, ਇਹ ਨਾ ਹੋਵੇ ਤੂੰ ਜ਼ਹਿਰ ਵਾਲੇ ਬੂਟੇ ਬੀਜੀ ਜਾਈ ਤੇ ਅੰਮ੍ਰਿਤ ਵਾਲੇ ਪੁੱਟੀ ਜਾਈ। ਆ ਤੈਨੂੰ ਗਿਆਨ ਦੇ ਦਿਆਂ। ਗੁਰੂ ਦਾ ਉਪਦੇਸ਼ ਸਾਨੂੰ ਕੀ ਗਿਆਨ ਦਿੰਦਾ ਹੈ ਕਿ ਤੂੰ ਬੂਟੇ ਲਗਾ, ਅੰਮ੍ਰਿਤ ਦੇ ਬੂਟੇ ਲਗਾ, ਜ਼ਹਿਰ ਵਾਲੇ ਬੂਟੇ ਪੁੱਟ ਕੇ ਸੁੱਟੀ ਚੱਲ। ਰਜੋ ਗੁਣ ਅੰਮ੍ਰਿਤ ਦੇ ਬੂਟੇ ਲਗਾ, ਸ਼ੁਭ ਗੁਣ ਪੈਦਾ ਕਰ। ਤਮੋ ਗੁਣ ਆਪਣੇ ਅੰਦਰ ਵਿਕਾਰਾਂ ਦੇ ਬੂਟੇ ਪੁੱਟ ਕੇ ਬਾਹਰ ਸੁੱਟ, ਘਾਹ ਨਦੀਨ ਜ਼ਹਿਰੀਲੇ ਬੂਟੇ ਪੁੱਟ ਕੇ ਬਾਹਰ ਸੁੱਟ। ਸਤੋ ਗੁਣ ਇਹਨਾਂ ਸ਼ੁਭ ਗੁਣਾਂ ਦੀ ਸੰਭਾਲ ਕਰ। ਆ ਜਿਹੜਾ ਗਿਆਨ ਹੈ ਗੁਰੂ ਦਾ ਚੌਥਾ ਪਦ ਹੈ। ਰਜਗੁਣ ਤਮਗੁਣ ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ ਤਿਨ ਹੀ ਪਰਮ ਪਦ ਪਾਇਆ। ਕੁਝ ਵਿਦਵਾਨ ਹੋਰ ਤਰੀਕੇ ਨਾਲ ਇਹਦੀ ਵਿਚਾਰ ਕਰਦੇ ਨੇ। 3 ਗੁਣਾਂ ਦੀ। ਰਜਗੁਣ ਮੈਨੇ ਲਾਲਚ ਅਧੀਨ ਕੀਤੇ ਹੋਏ ਕਰਮ। ਐਸਾ ਮਨੁੱਖ ਪਾਪ ਕਰਨ ਤੋਂ, ਅਪਰਾਧ ਕਰਨ ਤੋਂ ਪਿੱਛੇ ਨਹੀਂ ਹਟੇਗਾ,
ਕਮਾਈ ਕਰੇਗਾ, ਕਿਰਤ ਕਰੇਗਾ, ਪਰ ਉਹਦੀ ਕਿਰਤ ਵਿੱਚ ਲੋਭ ਹੋਏਗਾ, ਲਾਲਚ ਹੋਏਗਾ, ਤ੍ਰਿਸ਼ਨਾ ਹੋਏਗੀ, ਉਹ ਰਿਸ਼ਵਤ ਵੀ ਲਏਗਾ, ਮਿਲਾਵਟਾਂ ਵੀ ਕਰੇਗਾ, ਠੱਗੀਆਂ ਵੀ ਮਾਰੇਗਾ, ਨਜਾਇਜ਼ ਕਬਜ਼ੇ ਵੀ ਕਰੇਗਾ। ਇਹ ਰਜਗੁਣ। ਤਮ ਗੁਣ ਦੇ ਅਧੀਨ ਆਦਮੀ ਜਿਹੜਾ ਹੈ ਅਗਿਆਨਤਾ ਭਰੀ ਜ਼ਿੰਦਗੀ ਜਿਉਂਦਾ ਹੈ, ਵਹਿਮਾਂ ਭਰਮਾਂ ਚ ਫਸਿਆ ਹੈ, ਭੂਤਾਂ ਪ੍ਰੇਤਾਂ ਚ ਫਸਿਆ ਹੈ, ਸ਼ਰਾਧਾਂ ਚ ਫਸਿਆ ਹੈ, ਤੀਰਥਾਂ ਤੇ ਇਸ਼ਨਾਨ ਕਰ ਰਿਹਾ, ਨਰਾਤਿਆਂ ਦੇ ਮੰਨ ਰਿਹਾ, ਸਾਰਾ ਕੁਝ ਕਰ ਰਿਹਾ, ਬੇਸਮਝੀ ਤੇ ਅਗਿਆਨਤਾ ਵਾਲਾ ਜੀਵਨ ਜੀ ਰਿਹਾ। ਤਮ ਗੁਣੀ। ਸਤੋਗੁਣੀ ਵਿਦਵਾਨੇ ਮੰਨਦੇ ਨੇ ਕਿ ਉਹ ਕੰਮਕਾਰ ਕਰਨਾ ਹੀ ਛੱਡ ਗਏ, ਸੰਸਾਰ ਪਰਿਵਾਰ ਛੱਡ ਗਏ, ਦੁਕਾਨਦਾਰੀ ਛੱਡ ਗਏ, ਜੰਗਲ ਪਹਾੜ ਚਲੇ ਗਏ। ਪਰ ਚੌਥਾ ਪਦ ਕਿਹੜਾ ਹੈ? ਨਾ ਤੇ ਲਾਲਚ ਅਧੀਨ ਜੀਵ ਕਰਮ ਕਰੇ, ਨਾ ਅਗਿਆਨਤਾ ਭਰੇ ਕਰਮ ਕਰੇ, ਨਾ ਹੀ ਕਰਮਾਂ ਨੂੰ ਛੱਡ ਕੇ ਜਾਏ, ਬਲਕਿ ਸੱਚੀ ਸੁੱਚੀ ਕਿਰਤ ਕਰੇ। ਉਹ ਤਿੰਨਾਂ ਗੁਣਾਂ ਤੋਂ ਉੱਚਾ ਉੱਠ ਕੇ ਜਿਹੜਾ ਜ਼ਿੰਦਗੀ ਜਿਉਂਦਾ ਹੈ, ਉਹ ਚੌਥੇ ਪਦ ਦੇ ਵਿੱਚ ਹੈ। ਕੁਝ ਵਿਦਵਾਨ ਇਸ ਤਰ੍ਹਾਂ ਵੀ ਦਾ ਅਰਥ ਕਰ ਲੈਂਦੇ ਨੇ। ਪਰ ਤਿਤਿਆ ਤੀਨੇ ਸਮ ਕਰ ਲਿਆਵੇ, ਭਾਵ ਰਜੋ ਤਮੋ ਸਤੋ ਨੂੰ ਆਪਣੇ ਅਧੀਨ ਕਰ ਲਵੇ, ਆਪਣੇ ਅਧੀਨ ਕਰਕੇ ਗੁਰੂ ਦੇ ਚੌਥੇ ਪਦ ਦੇ ਸਦਕਾ, ਗੁਰੂ ਦੇ ਗਿਆਨ ਸਦਕਾ ਇਹਨਾਂ ਤਿੰਨਾਂ ਗੁਣਾਂ ਦੀ ਵਰਤੋਂ ਕਰੇ। ਰਜੋ ਗੁਣ ਮਾਨੋ ਜਿਵੇਂ ਗੱਡੀ ਚਲਾਣੀ, ਰੇਸ ਦੇਣੀ। ਤਮੋ ਗੁਣ ਮਾਨੋ ਬ੍ਰੇਕ ਲਾ ਦੇਣੀ। ਹੁਣ ਕੱਲਾ ਰਜੋ ਗੁਣ ਹੀ ਹੋਵੇ, ਰੇਸ ਦੇਈ ਜਾਏ, ਮਨੁੱਖ ਦੇਈ ਜਾਏ, ਅੱਗੇ ਰੈੱਡ ਲਾਈਟ ਆ ਜਾਏ ਤਾਂ ਵੀ ਰੇਸ ਦੇਈ ਜਾਏ, ਐਸਾ ਮਨੁੱਖ ਐਕਸੀਡੈਂਟ ਕਰ ਬਏਗਾ। ਤਮੋ ਗੁਣੀ ਬ੍ਰੇਕ ਲਾਈ ਰੱਖੇ, ਅੱਗੇ ਗ੍ਰੀਨ ਲਾਈਟ ਹੋ ਜਾਏ ਤਾਂ ਵੀ ਗੱਡੀ ਚਲਾਏ ਨਾ, ਗੱਡੀ ਰੋਕੀ ਰੱਖੇ, ਉਹ ਕਿਤੇ ਵੀ ਨਹੀਂ ਪਹੁੰਚ ਪਾਏਗਾ, ਦੂਜਿਆਂ ਦੇ ਰਸਤੇ ਦੀ ਰੁਕਾਵਟ ਵੀ ਬਣੇਗਾ। ਸਤੋਗੁਣੀ ਬੈਲੈਂਸ, ਕਦੋਂ ਗੱਡੀ ਚਲਾਣੀ ਹੈ, ਕਦੋਂ ਰੋਕਣੀ ਹੈ, ਰੈੱਡ ਲਾਈਟ ਆਏ ਤੇ ਗੱਡੀ ਰੋਕ ਦੇਣੀ ਹੈ, ਗ੍ਰੀਨ ਲਾਈਟ ਆਏ ਤੇ ਗੱਡੀ ਚਲਾ ਦੇਣੀ ਹੈ। ਉਹ ਸਤੋਗੁਣੀ, ਉਹਨੇ ਬੈਲੈਂਸ ਕਰ ਲਿਆ, ਡਰਾਈਵਿੰਗ ਕਰ ਰਿਹਾ ਉਹ। ਚੌਥਾ ਪਦ ਕੀ ਹੈ? ਹੁਣ ਜ਼ਿੰਦਗੀ ਦੀ ਗੱਡੀ ਤੇ ਚਲਾ ਰਿਹਾ, ਇਹ ਦਿਨੇ ਕੰਮ ਕਰ ਵੀ ਕਰ ਰਿਹਾ ਹੈ, ਸ਼ਾਮ ਨੂੰ ਘਰ ਪਰਿਵਾਰ ਨੂੰ ਵੀ ਸਮਾਂ ਦੇ ਰਿਹਾ ਹੈ, ਬੈਲੈਂਸ ਤੇ ਕੀਤਾ ਜ਼ਿੰਦਗੀ ਵਿੱਚ, ਪਰ ਉਹਨੂੰ ਪਤਾ ਨਹੀਂ ਮੇਰੀ ਜ਼ਿੰਦਗੀ ਦਾ ਏਮ ਕੀ ਹੈ, ਟਾਰਗੇਟ ਕੀ ਹੈ। ਗੱਡੀ ਤੇ ਚਲਾ ਰਿਹਾ ਨੂੰ ਇਹ ਨਹੀਂ ਪਤਾ ਵੀ ਜਾਣਾ ਕਿੱਧਰ ਨੂੰ ਹੈ। ਹੁਣ ਗੁਰੂ ਦਾ ਗਿਆਨ ਚੌਥਾ ਪਦ ਹੈ, ਜਿਹੜਾ ਦੱਸਦਾ ਵੀ ਤੂੰ ਨਸ਼ੇ ਵਾਲੇ ਪਾਸੇ ਨਾ ਜਾਈ, ਸ਼ਰਾਬਾਂ ਵਾਲੇ ਪਾਸੇ ਨਾ ਜਾਈ, ਵਿਕਾਰਾਂ ਵਾਲੇ ਪਾਸੇ ਨਾ ਜਾਈ, ਤੂੰ ਧਰਮ ਵਾਲੇ ਪਾਸੇ ਚੱਲ। ਤੇਰੀ ਦਿਸ਼ਾ ਧਰਮ ਹੋਵੇ, ਤੇਰੀ ਦਿਸ਼ਾ ਪਰਉਪਕਾਰ ਹੋਵੇ, ਤੇਰੀ ਦਿਸ਼ਾ ਚੰਗੀ ਸੱਚੀ ਸੁੱਚੀ ਕਿਰਤ ਹੋਵੇ। ਗੁਰੂ ਦਾ ਗਿਆਨ ਡਾਇਰੈਕਸ਼ਨ ਦਿੰਦਾ ਹੈ, ਡਰਾਈਵਿੰਗ ਤੇ ਮਨੁੱਖ ਕਰ ਰਿਹਾ ਹੈ, ਕਿੱਧਰ ਜਾਣਾ ਕਿੱਧਰ ਨਹੀਂ ਜਾਣਾ, ਇਹ ਸਾਨੂੰ ਗੁਰੂ ਸਿਖਾਉਂਦਾ ਹੈ। ਤੇ ਜਦੋਂ ਗੁਰੂ ਸਿਖਾਉਂਦਾ ਹੈ, ਤਿੰਨੇ ਗੁਣ ਜਿਹੜੇ ਨੇ ਮਾਇਆ ਦੇ, ਉਹ ਅਧੀਨ ਹੋ ਜਾਂਦੇ ਨੇ। ਤ੍ਰਿਤੀਆ ਤੀਨੇ ਸਮ ਕਰ ਲਿਆਵੇ, ਆਨੰਦ ਮੂਲ ਪਰਮ ਪਦ ਪਾਵੇ। ਉਹ ਪਰਮ ਪਦ ਉਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਜਿਸ ਅਵਸਥਾ ਵਿੱਚ ਜੀਵ ਰੱਬ ਵਿੱਚ ਸਮਾ ਜਾਂਦਾ ਹੈ। ਪਰਮ ਪਦ ਮੈਨੇ ਉਹ ਅਵਸਥਾ ਜਿਹਦੇ ਵਿੱਚ ਜੀਵ ਰੱਬ ਦਾ ਰੂਪ ਹੋ ਗਿਆ। ਅਬ ਤੋਂ ਜਾਏ ਚੜ੍ਹੈ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣੀ। ਜਿੱਥੇ ਸੋਚ ਸੱਚ ਦਾ ਰੂਪ ਹੋ ਗਈ, ਵੱਖਰੀ ਸੋਚ ਰਹੀ ਨਹੀਂ। ਆਨੰਦ ਮੂਲ, ਆਨੰਦ ਦਾ ਮੂਲ ਜਿਹੜਾ ਰੱਬ ਹੈ, ਪਰਮ ਪਦ ਪਾਵੇ, ਉਸ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ। ਪਰਮ ਪਦਵੀ ਰੱਬ ਦੇ ਵਿੱਚ ਅਭੇਦਤਾ ਦੀ ਪਦਵੀ ਹਾਸਲ ਕਰ ਲੈਂਦਾ ਹੈ। ਸਭ ਤੋਂ ਉੱਚੀ ਪਦਵੀ ਇਹ ਹੈ, ਉਹਨੂੰ ਸਭ ਤੋਂ ਉੱਚੀ ਪਦਵੀ ਮਿਲ ਜਾਂਦੀ ਹੈ। ਇਹੀ ਪ੍ਰਸੰਨਤਾ ਦਾ ਮੂਲ ਹੈ, ਇਹੀ ਆਨੰਦ ਦਾ ਮੂਲ ਹੈ। ਹੁਣ ਐਸਾ ਵਿਸ਼ਵਾਸ ਪੈਦਾ ਕਿੱਥੇ ਹੋਵੇ? ਸਾਧ ਸੰਗਤ ਉਪਜੈ ਵਿਸ਼ਵਾਸ। ਸਾਧ ਸੰਗਤ ਵਿੱਚ ਰਹਿ ਕੇ ਮਨੁੱਖ ਦੇ ਅੰਦਰ ਵਿਸ਼ਵਾਸ ਪੈਦਾ ਹੋ ਜਾਂਦਾ ਹੈ। ਜਦੋਂ ਗੁਰੂ ਦੀ ਸੰਗਤ ਵਿੱਚ ਆ ਕੇ ਗੁਣ ਸਿੱਖਦਾ ਹੈ, ਉਹਨਾਂ ਗੁਣਾਂ ਨੂੰ ਜੀਵਨ ਵਿੱਚ ਧਾਰਦਾ ਹੈ, ਦੇਖਦਾ ਵੀ ਰਿਜ਼ਲਟ ਤੇ ਬਿਲਕੁਲ ਠੀਕ ਨਿਕਲ ਰਿਹਾ ਹੈ। ਗੁਰੂ ਨੇ ਕਿਹਾ ਸੀ ਸੱਚ ਜੀਵਨ ਚ ਧਾਰਨ ਕਰੀ, ਸੱਚ ਧਾਰਨ ਕੀਤਿਆਂ ਜੀਵਨ ਦੇ ਵਿੱਚ ਵਧੀਆ ਰਿਜ਼ਲਟ ਨਿਕਲ ਆਇਆ, ਮੇਰਾ ਜੀਵਨ ਸੁਖੀ ਤੇ ਸ਼ਾਂਤ ਹੋ ਗਿਆ। ਗੁਰੂ ਨੇ ਕਿਹਾ ਸੀ ਮਿੱਠਾ ਬੋਲੀ, ਨਿਮਰਤਾ ਵਿੱਚ ਰਹੀ, ਪ੍ਰੇਮ ਦੇ ਨਾਲ ਵਿਹਾਰ ਕਰੀ, ਮੈਂ ਗੁਰੂ ਦੇ ਹੁਕਮਾਂ ਨੂੰ ਮੰਨਿਆ, ਮੇਰੀ ਜ਼ਿੰਦਗੀ ਸੁਖੀ ਤੇ ਸ਼ਾਂਤ ਹੋ ਗਈ। ਹੁਣ ਵਿਸ਼ਵਾਸ ਪੈਦਾ ਹੋ ਗਿਆ ਉਹਦਾ। ਗੁਰੂ ਦੀ ਸੰਗਤ ਵਿੱਚ ਆ ਕੇ ਉਹਦੇ ਅੰਦਰ ਵਿਸ਼ਵਾਸ ਪੈਦਾ ਹੋ ਜਾਂਦਾ ਹੈ ਕਿ ਸੱਚਮੁੱਚ ਰੱਬੀ ਗੁਣ ਮੇਰੀ ਜ਼ਿੰਦਗੀ ਨੂੰ ਆਨੰਦ, ਸੁਖੀ ਤੇ ਸ਼ਾਂਤ ਕਰ ਸਕਦੇ ਹਨ। ਬਾਹਰ ਭੀਤਰ ਸਦਾ ਪ੍ਰਕਾਸ਼। ਫਿਰ ਉਹਦੇ ਅੰਦਰ ਵੀ ਉਹਦੇ ਬਾਹਰ ਵੀ ਹਮੇਸ਼ਾ ਲਈ ਇੱਕ ਪ੍ਰਕਾਸ਼ ਪੈਦਾ ਹੋ ਜਾਂਦਾ ਹੈ, ਚਾਨਣ ਕੇ ਪ੍ਰਭੂ ਮੇਰੇ ਅੰਦਰ ਵੀ ਤੇ ਬਾਹਰ ਵੀ ਹੈ। ਉਹਨੂੰ ਯਕੀਨ ਬਣ ਜਾਂਦਾ ਹੈ ਪ੍ਰਭੂ ਦਾ ਪ੍ਰਕਾਸ਼ ਹਰ ਥਾਂ ਤੇ ਹੈ, ਬਾਹਰ ਭੀਤਰ ਏਕੋ ਜਾਨੂ। ਇਹ ਗੁਰੂ ਗਿਆਨ ਬਤਾਈ, ਇਹ ਗੁਰੂ ਨੇ ਗਿਆਨ ਦੇ ਦਿੱਤਾ, ਅੰਦਰ ਬਾਹਰ ਰੱਬ ਹੈ। ਔਰ ਗਿਆਨ ਲੈਣਾ ਕਾਫੀ ਨਹੀਂ ਹੁੰਦਾ। ਜੇ ਕੋਈ ਗਿਆਨ ਲੈ ਕੇ ਉਹਨੂੰ ਪ੍ਰੈਕਟੀਕਲ ਨਾ ਕਰੇ, ਵਰਤੋਂ ਵਿਹਾਰ ਵਿੱਚ ਨਾ ਲੈ ਕੇ ਆਵੇ, ਐਸਾ ਗਿਆਨ ਇੱਕ ਕੌਡੀ ਦਾ ਵੀ ਨਹੀਂ ਹੈ। ਐਸਾ ਗਿਆਨ ਕਿਸੇ ਕੰਮ ਦਾ ਨਹੀਂ ਹੈ ਜਿਹੜਾ ਵਿਹਾਰ ਚ ਨਾ ਆਏ। ਗਿਆਨ ਉਹ ਸਫਲ ਹੈ ਜਿਹੜਾ ਵਰਤੋਂ ਵਿੱਚ ਆ ਜਾਏ।
ਜਿਹੜਾ ਵਰਤੋਂ ਵਿੱਚ ਨਾ ਆਏ ਉਹ ਗਿਆਨ ਕਿਸੇ ਕੰਮ ਦਾ ਨਹੀਂ। ਬੰਦੇ ਨੇ 1000 ਗ੍ਰੰਥ ਪੜ੍ਹੇ ਹੋਣ, ਅਰਥਾਂ ਸਮੇਤ ਯਾਦ ਕੀਤੇ ਹੋਣ, ਗਿਆਨ ਤੇ ਬੜਾ ਹੋਵੇ, ਪਰ ਜਿਹਨੂੰ ਵਰਤੋਂ ਵਿਹਾਰ ਚ ਨਹੀਂ ਲੈ ਕੇ ਆ ਰਿਹਾ, ਐਸਾ ਗਿਆਨ ਟੁੱਟੀ ਦਵਾਨੀ ਦਾ ਵੀ ਨਹੀਂ ਹੈ, ਮਿੱਟੀ ਹੈ ਉਹ। ਗਿਆਨ ਉਹ ਸਫਲ ਜਿਹੜਾ ਵਰਤੋਂ ਵਿਹਾਰ ਚ ਆ ਗਿਆ। ਉਦਾਹਰਨ ਦੇ ਤੌਰ ਤੇ ਗਿਆਨ ਆ ਗਿਆ ਕਿ ਰੱਬ ਅੰਦਰ ਵੀ ਹੈ, ਬਾਹਰ ਵੀ ਹੈ, ਸਾਰਿਆਂ ਚ ਰੱਬ ਹੈ, ਇਹ ਗਿਆਨ ਹੈ ਨਾ, ਇਹ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੁਣ ਗਿਆਨ ਤੇ ਹੈ, ਪਰ ਜੇ ਮੈਨੂੰ ਵਰਤੋਂ ਵਿਹਾਰ ਚ ਨਹੀਂ ਲੈ ਕੇ ਆ ਰਿਹਾ, ਐਸਾ ਗਿਆਨ ਮੇਰੇ ਕਿਸ ਕੰਮ। ਜੇ ਮੈਂ ਆਪਣੇ ਮਾਪਿਓ ਨੂੰ ਟੁੱਟ ਟੁੱਟ ਕੇ ਬੋਲਦਾ ਵਾਂ, ਆਪਣੇ ਬੱਚਿਆਂ ਨੂੰ ਝਿੜਕਾਂ ਮਾਰਦਾ ਵਾਂ, ਝੂਠ ਬੋਲਣਾ ਸਿਖਾਣਾ, ਐਸਾ ਗਿਆਨ ਮੇਰੇ ਕਿਸ ਅਰਥ ਹੈ। ਜੇ ਮੈਂ ਗਵਾਂਢੀ ਨਾਲ ਬਣਾ ਕੇ ਨਹੀਂ ਰੱਖਦਾ, ਜੇ ਮੈਂ ਆਪਣੇ ਜੀਵਨ ਸਾਥੀ ਨਾਲ ਲੜਾਈ ਕਰ ਰਿਹਾ, ਤੇ ਐਸਾ ਗਿਆਨ ਕਿਸ ਅਰਥ ਹੈ। ਜੇ ਦੁਕਾਨ ਤੇ ਬੈਠ ਕੇ ਕਿਸ ਗਰੀਬ ਦੀ ਜੇਬ ਕੱਟ ਰਿਹਾ ਵਾਂ, ਕਿਸੇ ਗਰੀਬ ਦਾ ਹੱਕ ਮਾਰ ਰਿਹਾ, ਫਿਰ ਐਸਾ ਗਿਆਨ ਕਿਸ ਅਰਥ ਕਿ ਸਾਰਿਆਂ ਚ ਰੱਬ ਹੈ। ਫਿਰ ਤੇ ਗਿਆਨ ਮੇਰੇ ਕਿਸੇ ਅਰਥ ਨਹੀਂ ਹੈ। ਮੈਂ ਕਹਿ ਤੇ ਰਿਹਾ ਵੀ ਰੱਬ ਸਾਰਿਆਂ ਵਿੱਚ ਹੈ, ਪਰ ਫਿਰ ਵੀ ਮੈਂ ਬੁਰੇ ਜੇ ਕਰਮ ਕਰ ਰਿਹਾ, ਫਿਰ ਐਸਾ ਗਿਆਨ ਮੇਰੇ ਕਿਸ ਅਰਥ ਹੈ, ਕਿਸੇ ਵੀ ਅਰਥ ਨਹੀਂ। ਐਸਾ ਗਿਆਨ ਵਿਅਰਥ ਹੈ ਜਿਹੜਾ ਵਿਹਾਰ ਵਿੱਚ ਨਹੀਂ ਆਇਆ। ਜਿਹੜਾ ਗਿਆਨ ਵਿਹਾਰ ਚ ਆ ਜਾਏਗਾ ਨਾ, ਉਹ ਗਿਆਨ ਸਫਲ ਹੈ ਕਿ ਜੇ ਰੱਬ ਸਾਰਿਆਂ ਵਿੱਚ ਹੈ, ਫਿਰ ਮੈਂ ਕਿਸੇ ਗਰੀਬ ਦੀ ਜੇਬ ਨਹੀਂ ਕੱਟ ਸਕਦਾ, ਫਿਰ ਮੈਂ ਨਸ਼ੇ ਨਹੀਂ ਵੇਚ ਸਕਦਾ, ਫਿਰ ਮੈਂ ਕਿਸੇ ਨੂੰ ਧੋਖਾ ਨਹੀਂ ਦੇ ਸਕਦਾ, ਫਿਰ ਮੈਂ ਕਿਸੇ ਦੀ ਨਿੰਦਾ ਨਹੀਂ ਕਰ ਸਕਦਾ, ਫਿਰ ਮੈਂ ਝੂਠ ਨਹੀਂ ਬੋਲ ਸਕਦਾ, ਫਿਰ ਮੈਂ ਕ੍ਰੋਧ ਨਹੀਂ ਕਰ ਸਕਦਾ। ਫਿਰ ਮੇਰਾ ਗਿਆਨ ਸਫਲ ਹੈ, ਕਿਉਂਕਿ ਇਹਨੂੰ ਮੈਂ ਵਰਤੋਂ ਵਿਹਾਰ ਵਿੱਚ ਲੈ ਆਇਆ ਹਾਂ। ਗਿਆਨਵਾਨ ਹੋਣਾ ਵੱਡੀ ਗੱਲ ਨਹੀਂ, ਗਿਆਨਵਾਨ ਹੋ ਕੇ ਉਹਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨਾ, ਉਹ ਬਹੁਤ ਵੱਡੀ ਗੱਲ ਹੈ। ਗਿਆਨ ਨੂੰ ਪ੍ਰੈਕਟੀਕਲ ਜਿਉਣਾ, ਅਨੁਭਵ ਦੇ ਵਿੱਚ ਲੈ ਕੇ ਆਣਾ, ਉਹ ਹੈ ਵੱਡੀ ਗੱਲ। ਨਿਰਾ ਗਿਆਨ ਹੋਣਾ ਉਹ ਕੋਈ ਅਰਥ ਨਹੀਂ ਰੱਖਦਾ। ਗਿਆਨ ਨੂੰ ਵਿਹਾਰ ਵਿੱਚ ਲਿਆਉਣਾ ਪੈਂਦਾ ਹੈ। ਜਦੋਂ ਵਿਹਾਰ ਵਿੱਚ ਆਇਆ, ਸਾਧ ਸੰਗਤ ਉਪਜੈ ਵਿਸ਼ਵਾਸ, ਬਾਹਰ ਭੀਤਰ ਸਦਾ ਪ੍ਰਕਾਸ਼। ਹੁਣ ਸਮਝ ਪੈ ਗਈ, ਅੰਦਰ ਵੀ ਤੇ ਬਾਹਰ ਵੀ ਪ੍ਰਭੂ ਦਾ ਹੀ ਚਾਨਣਾ ਹੈ। ਰੱਬ ਹੀ ਤੇ ਸਾਰੇ ਪਾਸੇ ਫੈਲਿਆ ਹੋਇਆ ਹੈ। ਜੇ ਪ੍ਰਭੂ ਹੀ ਹੈ, ਫਿਰ ਸਾਰੀ ਦੁਨੀਆ ਨਾਲ ਮੇਰਾ ਵਿਹਾਰ ਬਦਲ ਜਾਏਗਾ, ਫਿਰ ਸਾਰੇ ਸੰਸਾਰ ਦੇ ਨਾਲ ਮੇਰਾ ਵਿਹਾਰ ਬਦਲ ਜਾਏਗਾ। ਫਿਰ ਉਹ ਮਨੁੱਖ ਜਿਹੜਾ ਕਿਸੇ ਦੇ ਉੱਤੇ ਕ੍ਰੋਧ ਨਹੀਂ ਕਰੇਗਾ, ਕਿਸੇ ਦੀ ਨਿੰਦਾ ਨਹੀਂ ਕਰੇਗਾ, ਕਿਸੇ ਸਾਹਮਣੇ ਝੂਠ ਨਹੀਂ ਬੋਲੇਗਾ, ਕਿਸੇ ਦਾ ਹੱਕ ਨਹੀਂ ਮਾਰੇਗਾ, ਕੋਈ ਗਲਤ ਕਰਮ ਨਹੀਂ ਕਰੇਗਾ, ਕਿਉਂਕਿ ਉਹਨੂੰ ਪਤਾ ਹੈ ਪ੍ਰਭੂ ਹੀ ਫੈਲਿਆ ਹੋਇਆ ਹੈ। ਇਸ ਗਿਆਨ ਨੂੰ ਉਹ ਆਪਣੇ ਵਿਹਾਰ ਵਿੱਚ ਲਿਆ ਕੇ ਇਸ ਗਿਆਨ ਨੂੰ ਸਫਲ ਕਰ ਲਏਗਾ। ਗਿਆਨ ਉਹ ਸਫਲ ਹੈ ਜਿਹੜਾ ਵਰਤੋਂ ਵਿੱਚ ਆ ਜਾਏ। ਵਰਤੋਂ ਵਿੱਚ ਨਹੀਂ ਆਇਆ, ਉਹ ਗਿਆਨ ਕਿਸੇ ਅਰਥ ਨਹੀਂ ਹੈ। ਇਸ ਕਰਕੇ ਗੁਰੂ ਦੇ ਗਿਆਨ ਨੂੰ ਆਪਣੀ ਜ਼ਿੰਦਗੀ ਦੇ ਵਰਤੋਂ ਵਿਹਾਰ ਵਿੱਚ ਲੈ ਕੇ ਆਵਾਂਗੇ, ਤਾਂ ਹੀ ਇਹ ਜੀਵਨ ਸਫਲ ਹੋ ਸਕੇਗਾ। ਅਗਲਾ ਜਿਹੜਾ ਬੰਦ ਹੈ ਨਾ, ਉਹ ਚੰਚਲ ਮਨ ਨਾਲ ਸੰਬੰਧਿਤ ਹੈ। ਮਨ ਬਹੁਤ ਚੰਚਲ ਹੈ, ਭਟਕਦਾ, ਡੋਲਦਾ ਹੈ। ਇਹ ਕਿਵੇਂ ਇਕਾਗਰਤਾ ਵਿੱਚ ਆਵੇ, ਕਿਵੇਂ ਇੱਕ ਹੋਵੇ, ਇਸ ਸੰਬੰਧੀ ਵਿਚਾਰ ਅਸੀਂ ਅਗਲੀ ਕਲਾਸ ਦੇ ਵਿੱਚ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ ਜੀ। ਮਿਲ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।